ਜਿਹੜੀ ਤੁਸੀਂ ਇਹ ਅੰਮ੍ਰਿਤ ਚੀਜ਼ ਬਣਾਈ ਹੈ ਨੇਵਲ ਅੰਮ੍ਰਿਤ ਜੀ, ਇਹ ਕਿਸ ਤਰ੍ਹਾਂ ਕੰਮ ਕਰਦੀ ਹੈ ਔਰ ਇੰਨੇ ਮਰੀਜ਼ ਕਿਸ ਤਰ੍ਹਾਂ ਠੀਕ ਹੋ ਰਹੇ ਨੇ, ਕੀ ਕਾਰਨ ਹੈ? ਦੇਖੋ ਨੇਵਲ ਅੰਮ੍ਰਿਤ ਆਯੁਰਵੈਦਾ ਦੀ ਸਭ ਤੋਂ ਪੁਰਾਣੀ ਪद्धति ਹੈਗੀ ਆ, ਕਿਉਂਕਿ ਕੋਈ ਵੀ ਮੈਡੀਸਨ ਆਪਾਂ ਅੱਜ ਤੱਕ ਇਨਟੇਕ ਕਰਦੇ ਆ, ਲੈਨੇ ਆ, ਇਹ ਜਿਹੜੀ ਮੈਡੀਸਨ ਆਪਾਂ ਖਾਣੀ ਨਹੀਂ ਹੁੰਦੀ, ਇਹ ਸਿੱਧੀ ਦਾ ਸਿੱਧੀ ਨਾਭੀ ਚ ਪਾਉਣੀ ਹੁੰਦੀ, ਆਪਣੀ ਧੁੰਨੀ ਚ ਪਾਉਣੀ ਹੁੰਦੀ ਹੈ। ਕਿਉਂਕਿ ਧੁੰਨੀ ਚ ਪਾਉਣ ਦਾ ਕੀ ਹੈਗਾ ਆ, ਕਿਉਂਕਿ ਧੁੰਨੀ ਦੇ ਨਾਲ 72,000 ਤੋਂ ਵੱਧ ਨਾੜਾਂ ਸਾਡੀਆਂ ਸਾਡੇ ਆਰਗਨਾਂ ਨਾਲ ਜੁੜੀਆਂ ਹੋਈਆਂ ਹੈ। ਜੋ ਇਹ ਮੈਡੀਸਨ ਹੈਗੀ ਆਪਾਂ ਨਾਭੀ ਚ ਪਾਉਨੇ, ਉਹ ਸੈੱਲਾਂ ਤੱਕ ਪ੍ਰਵਾਹ ਕਰਦੀ ਆ, ਉਹਨਾਂ ਅੱਜ ਇਲਾਜ ਵਧੀਆ ਤਰੀਕੇ ਨਾਲ ਦੇ ਰਹੀ ਆ। ਆਯੁਰਵੈਦਾ ਨੂੰ ਇਸ ਗੱਲ ਦਾ ਪਤਾ ਆ ਕਿ ਨਾਭੀ ਜਿਹੜੀ ਹੈ ਉਹ ਸਾਡੇ ਸਰੀਰ ਦਾ ਸੈਂਟਰ ਪੁਆਇੰਟ ਹੈ। ਸਿਮਰਨ ਪਿੰਡ ਵੀਡਵਾਂਸੀਆਂ ਨੀਅਰ ਗੁਰਾਇਆ। ਮੇਰਾ ਨਾ ਬ੍ਰੈਸਟ ਪ੍ਰੋਬਲਮ ਸੀਗੀਆਂ, ਦੋਨੋਂ ਬ੍ਰੈਸਟ ਵਿੱਚ ਮੇਰੇ ਰਸੌਲੀਆਂ ਸੀਗੀਆਂ ਅਤੇ ਮੈਨੂੰ ਜਸਵੀਰ ਨਕੋਦਰ ਤੋਂ ਉਹਨਾਂ ਨੇ ਮੈਨੂੰ ਪ੍ਰੋਡਕਟ ਦਿੱਤਾ ਨਾਭੀ ਅੰਮ੍ਰਿਤ, ਜੋ ਕਿ ਮੈਂ ਡੇਲੀ 2 ਟਾਈਮ ਆਪਣੀ ਨਾਭੀ ਦੇ ਵਿੱਚ ਪਾਉਂਦੀ 2-2 ਬੂੰਦਾਂ, ਅਤੇ 4 ਦਿਨ ਬਾਅਦ ਰਿਜ਼ਲਟ ਆਇਆ ਆ। ਉਹ ਇੱਕ ਵੀ ਰਸਾਲੀ ਨਹੀਂ ਆ ਮੇਰੇ ਹੁਣ ਬ੍ਰੈਸਟ ਦੇ ਵਿੱਚ, ਮੈਂ ਬਿਲਕੁਲ ਠੀਕ ਹਾਂ। ਥੈਂਕਫੁਲ ਕਰਦੀ ਹਾਂ ਮੈਂ ਉਸ ਪ੍ਰੋਡਕਟ ਦਾ ਅਤੇ ਮੈਂ ਆਪਣੇ ਜਸਵੀਰੇ ਦਾ। ਥੈਂਕ ਯੂ ਸੋ ਮਚ ਆਲ ਆਫ ਯੂ, ਥੈਂਕ ਯੂ। ਦੇਖੋ ਨਾਭੀ, ਤੁਸੀਂ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਖੁਰਾਕ ਕਿੱਥੋਂ ਲੈਂਦਾ? ਇਹ ਗੱਲ ਤਾਂ ਤੁਹਾਡੀ ਨਾਭੀ ਰਾਹੀਂ ਲੈਂਦਾ। ਸਾਹ ਕਿੱਥੋਂ ਲੈ ਰਿਹਾ? ਬਿਲਕੁਲ ਨਾਭੀ ਰਾਹੀਂ ਲੈ ਲਿਆ। ਉਹ ਬੱਚਾ ਡਿਵੈਲਪ ਹੋ ਗਿਆ ਪੂਰਾ, ਉਹ ਕਿਹਦੇ ਰਾਹੀਂ ਹੋਇਆ? ਨਾਭੀ ਦੇ ਰਹੀ। ਨੈਚੁਰਲੀ ਕਨੈਕਸ਼ਨ ਕਿੱਥੋਂ ਕੱਟਿਆ ਸੀ ਆਪਾਂ? ਬਾਹਰੋਂ ਕੱਟਿਆ ਸੀ, ਨਾ ਕਿ ਅੰਦਰੋਂ। ਨਾਭੀ ਤਾਂ ਉਹੀ ਸਿਸਟਮ ਆਰਗਨ ਨਾਲ ਜੁੜੀ ਹੋਈ ਆ, ਮੈਡੀਸਨ ਉੱਥੇ ਤੱਕ ਪਹੁੰਚਦੀ ਆ, ਜੋ ਸਾਡੇ ਸੈੱਲ ਆ ਉਹਨਾਂ ਨੂੰ ਰੀਐਕਟੀਵੇਟ ਕਰ ਦਿੰਦੀ ਆ, ਮਤਲਬ ਰੀਜਨਰੇਟ ਕਰ ਦਿੰਦੀ ਆ। ਜਿਹੜਾ ਸੈੱਲ ਰੀਜਨਰੇਟ ਹੋ ਗਿਆ ਉਹ ਆਰਗਨ ਸਹੀ ਹੋ ਗਿਆ, ਉਹ ਪ੍ਰੋਬਲਮ ਸਹੀ ਹੋ ਗਈ। ਨਾਭੀ ਅੰਮ੍ਰਿਤ ਤੇਲ ਵਰਤਿਆ ਜੀ ਮੈਂ। ਅੱਛਾ, ਬਹੁਤ ਵਧੀਆ ਚੀਜ਼ ਹੈ ਜੀ ਇਹ। ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਵਰਤਦੇ ਨੂੰ? 15 ਦਿਨ ਹੋ ਗਏ ਵਰਤਦੇ ਨੂੰ। ਮੈਂ ਪੌੜੀ ਨਹੀਂ ਸੀ ਚੜ੍ਹ ਸਕਦਾ, ਹੁਣ ਮੈਂ ਸੌਖਾ ਪੌੜੀ ਚੜ੍ਹਦਾ ਹਾਂ। ਸਾਈਕਲ ਨਹੀਂ ਸੀ ਚੱਲਦਾ, ਹੁਣ ਮੈਂ ਸਾਈਕਲ ਵੀ ਚਲਾ ਲੈਂਦਾ ਜੀ। ਇਸ ਚੀਜ਼ ਨੂੰ ਬਹੁਤ ਵਧੀਆ ਗੱਲ ਹੈ ਜੀ ਵੀ ਇਹ ਵਰਤੋ ਤੁਸੀਂ, ਧੁੰਨੀ ਵਿੱਚ ਪਾਉਣੀ ਆ, ਬਹੁਤ ਵਧੀਆ ਚੀਜ਼ ਹੈ ਜੀ। ਇਹਦੀ ਇੱਕ ਦਿਨ ਦੀ ਇਹਦੀ ਜਿਹੜੀ ਕੀਮਤ ਹੈਗੀ ਆ ਸਿਰਫ 9 ਰੁਪਏ ਦੀ ਕਾਸਟ, ਸਿਰਫ 9 ਰੁਪਏ ਜੀ। ਤਾਂ ਜੇਕਰ ਅਸੀਂ ਇਹ ਜਿਹੜਾ ਸਾਡਾ ਕੋਰਸ ਹੈਗਾ ਆ, ਇਹ 6 ਮਹੀਨੇ ਦਾ ਕੋਰਸ ਆ, 1650 ਰੁਪਏ ਦਾ ਹੈ। 1650 ਰੁਪਏ ਦੇ ਵਿੱਚ 6 ਮਹੀਨੇ ਦੀ ਇਹ ਦਵਾਈ ਆ ਜਾਣੀ ਹੈ। ਬਿਲਕੁਲ ਬਹੁਤ ਵਧੀਆ ਗੱਲ ਹੈ। ਅਗਰ ਜੇ ਕੋਈ ਹੋਰ ਦੂਰ ਤੋਂ ਮੰਗਾਉਣਾ ਚਾਹੁੰਦਾ, ਮੰਨ ਲਓ ਤੇ ਇੰਨੀ ਦੂਰ ਤੁਹਾਡੇ ਕੋਲ ਨਹੀਂ ਆਉਣਾ ਚਾਹੁੰਦਾ, ਤਾਂ ਉਹਦੇ ਲਈ ਕੀ ਇਲਾਜ? ਦੇਖੋ ਕੋਰੀਅਰ ਸਰਵਿਸ ਹੈਗੀ ਹੈ ਇੰਡੀਆ 'ਚ, ਚੱਲ ਰਹੀ ਬਹੁਤ ਅੱਛੀ। ਤੁਸੀਂ ਅਦਰ ਕੰਟਰੀ, ਸਾਡੀਆਂ ਹਰ ਕੰਟਰੀ 'ਚ ਸਾਡਾ ਜਾ ਰਿਹਾ, ਪੂਰੀ ਆਲ ਓਵਰ ਵਰਲਡ ਦੇ ਵਿੱਚ ਹੀ ਸਾਡਾ ਇਹ ਜਾ ਰਿਹਾ, ਉਹ ਕੋਰੀਅਰ ਦੀ। ਸੋ ਨਾਰਮਲ ਤੌਰ ਤੇ ਇਹਦੀਆਂ 2 ਬੂੰਦਾਂ ਸਵੇਰੇ ਔਰ 2 ਬੂੰਦਾਂ ਜਿਹੜੀਆਂ ਹੈਗੀਆਂ ਉਹ ਅਸੀਂ ਰਾਤ ਨੂੰ ਨਾਭੀ ਦੇ ਵਿੱਚ ਪਾ ਸਕਦੇ ਹਾਂ। ਬਿਲਕੁਲ ਇਸ ਤਰੀਕੇ ਦੇ ਨਾਲ ਅਸੀਂ ਡ੍ਰੌਪਰ ਜਿਹੜਾ ਹੈਗਾ ਸਾਨੂੰ ਨਾਲ ਮਿਲਦਾ ਹੈਗਾ, ਔਰ ਇਸ ਡ੍ਰੌਪਰ ਦੇ ਨਾਲ ਅਸੀਂ ਬਿਲਕੁਲ 2 ਬੂੰਦਾਂ ਜਿਹੜੀਆਂ ਹੈਗੀਆਂ ਆ ਉਹ ਇਸ ਤਰੀਕੇ ਦੇ ਨਾਲ ਸਵੇਰੇ ਪਾ ਦੇਣੀਆਂ, ਔਰ 2 ਬੂੰਦਾਂ ਸ਼ਾਮ ਨੂੰ ਅਸੀਂ ਇਸ ਤਰੀਕੇ ਦੇ ਨਾਲ ਨਾਭੀ ਦੇ ਵਿੱਚ ਪਾ ਦੇਣੀਆਂ। ਔਰ ਪੇਸ਼ੈਂਟ ਨੂੰ ਇਹ ਰਿਕੁਐਸਟ ਹੁੰਦੀ ਹੈ ਕਿ ਘੱਟੋ ਘੱਟ ਅੱਧਾ ਘੰਟਾ ਉਹ ਸਿੱਧੇ ਜ਼ਰੂਰ ਲੰਮੇ ਪੈਣ, ਔਰ ਤਾਂ ਕਿ ਇਹ ਦਵਾਈ ਜਿਹੜੀ ਹੈਗੀ ਆ ਇਹ ਬਿਲਕੁਲ ਨਸਾਂ ਦੇ ਵਿੱਚ ਰਚਣੀ ਸ਼ੁਰੂ ਹੋ ਜਾਏ, ਨਾਭੀ ਦੇ ਵਿੱਚ ਰਚ ਕੇ ਨਸਾਂ ਦੇ ਵਿੱਚ ਟਰੈਵਲ ਕਰੇ। ਇਹ ਮੈਡੀਸਨ ਜਿਹੜੀ ਹੈਗੀ ਆ ਇਹ ਨਸਾਂ 'ਚ ਰਚ ਕੇ ਹੌਲੀ ਹੌਲੀ ਇਹਦਾ ਕੰਮ ਸਟਾਰਟ ਹੁੰਦਾ ਹੈਗਾ ਆ। ਲੇਕਿਨ ਇਹ ਜਿਹੜਾ ਹੈਗਾ ਆ 15 ਤੋਂ 20 ਦਿਨ ਦੇ ਵਿੱਚ ਆਪਣਾ ਰਿਜ਼ਲਟ ਦੇਣਾ ਸ਼ੁਰੂ ਕਰ ਦਿੰਦੀ ਹੈ, ਔਰ 6 ਮਹੀਨੇ ਦਾ ਕੋਰਸ ਕਿਸੇ ਵੀ ਬਿਮਾਰੀ ਨੂੰ ਜਿਹੜਾ ਆ ਉਹ ਠੀਕ ਕਰਨ ਦੇ ਵਿੱਚ ਉਹ ਇਨਫ ਸਾਬਤ ਹੁੰਦਾ ਹੈਗਾ ਜੀ। ਇਹ ਸਾਡੇ ਸਰੀਰ ਦੀਆਂ ਨਸਾਂ ਦੇ ਵਿੱਚੋਂ ਬਲੌਕੇਜ ਦੂਰ ਕਰਦੇ ਆ ਜੀ। ਬਲੌਕੇਜ ਚਾਹੇ ਉਹ ਬਲੱਡ ਦੇ ਕਲੌਟੇਜ ਹੋਣ, ਡੈਡ ਜਾਂ ਡੈਮੇਜ ਸੈੱਲ ਜਿਹੜੇ ਨਸਾਂ ਦੇ ਵਿੱਚ ਪਏ ਆ ਬਾਹਰ ਨਹੀਂ ਨਿਕਲ ਪਾਏ, ਉਹ ਕਿਤੇ ਨਾ ਕਿਤੇ ਲੱਗੇ ਰਹਿ ਗਏ, ਜਾਂ ਫਿਰ ਥਿੰਦਾਪਨ, ਚਿਕਨਾਈ ਜਿਹਨੂੰ ਆਪਾਂ ਕੋਲੈਸਟਰੋਲ ਕਹਿੰਦੇ ਹੈਗੇ, ਇਹ ਤਿੰਨੋਂ ਪ੍ਰਕਾਰ ਦੀ ਜਿਹੜੀ ਬਲੌਕੇਜ ਆ ਨਸਾਂ ਦੇ ਵਿੱਚੋਂ ਬਾਹਰ ਕੱਢਣੀ ਹੁੰਦੀ ਆ ਮੈਡੀਸਨ ਨੇ। ਜਦੋਂ ਬਲੌਕੇਜ ਖੁੱਲ ਗਈ, ਬਲੱਡ ਸਰਕੂਲੇਸ਼ਨ ਪ੍ਰੋਪਰ ਹੋ ਗਈ, ਆਕਸੀਜਨ ਪ੍ਰਾਪਤ ਮਾਤਰਾ 'ਚ ਸਰੀਰ ਦੇ ਆਰਗਨਾਂ ਤੱਕ ਪਹੁੰਚਣੀ ਸ਼ੁਰੂ ਹੋ ਗਈ, ਤਾਂ ਉੱਥੋਂ ਬਿਮਾਰੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਚੇਦਾਨੇ ਦੀਆਂ ਰਸੌਲੀਆਂ ਤੇ ਰਿਜ਼ਲਟ ਲੈ ਹੈਗਾ, ਸ਼ੂਗਰ ਹੋ ਗਿਆ, ਯੂਰਿਕ ਐਸਿਡ ਹੈ, ਥਾਇਰਾਇਡ ਹੈ, ਚਮੜੀ ਦੇ ਰੋਗ ਦੇ ਉੱਤੇ ਅਸੀਂ ਰਿਜ਼ਲਟ ਲੈ ਹੈਗਾ, ਸੋਰਾਇਸਿਸ ਹੋ ਗਏ, ਚਾਹੇ ਕੋਈ ਹੋਰ ਐਗਜ਼ਿਮਾ ਹੈ, ਵੈਟ ਹੈ, ਡਰਾਈ ਹੈ, ਜਾਂ ਫਿਰ ਕੋਈ ਸਾਨੂੰ ਲੀਵਰ ਦੀ ਸਮੱਸਿਆ ਹੈਗੀ ਆ, ਕੋਈ ਹਾਰਟ ਦੀ ਬਲੌਕੇਜ ਹੈ, ਜਾਂ ਕੋਈ ਪਿੱਤੇ 'ਚ ਪੱਥਰੀ ਹੈ, ਗੁਰਦੇ 'ਚ ਪੱਥਰੀ ਹੈ, ਜਾਂ ਜੋੜਾਂ ਦਾ ਦਰਦ ਹੈ, ਕਿਸੇ ਨੂੰ ਗਠੀਆ ਹੋ ਗਿਆ, ਸਰਵਾਈਕਲ ਹੋ ਗਿਆ, ਸਲਿਪ ਡਿਸਕ ਹੈ, ਅਸੀਂ ਹਰ ਪ੍ਰਕਾਰ ਦੇ ਰਿਜ਼ਲਟ ਜਿਹੜੇ ਹੈਗੇ ਇਸ ਮੈਡੀਸਨ ਦੇ ਨਾਲ ਲਏ ਆ। ਇਹ ਮੈਡੀਸਨ ਜਿਹੜੀ ਹੈ ਇਹਦੀ ਫਾਰਮੂਲੇਸ਼ਨ ਇਸ ਤਰੀਕੇ ਦੇ ਨਾਲ ਤਿਆਰ ਹੈ ਕਿ ਵਾਤ ਪਿੱਤ ਕਫ ਨੂੰ ਬੈਲੈਂਸ ਕਰਦੀ ਹੈ, ਕਮਜ਼ੋਰ ਸੈੱਲਾਂ ਨੂੰ ਪੋਸ਼ਣ ਦਿੰਦੀ ਹੈ, ਔਰ ਨਸਾਂ ਦੀ ਬਲੌਕੇਜ ਖੋਲ੍ਹਦੀ ਹੈ।
ਸੋ ਇਸ ਬੰਗਾਂ ਦੇ ਵਿੱਚ ਮਰੀਜ਼ਾਂ ਦੀ ਅਕਸਰ ਭੀੜ ਇਸ ਜਗ੍ਹਾ ਦੇਖੀ ਜਾਂਦੀ ਹੈ ਔਰ ਬਹੁਤ ਸਾਰੀ ਵੀਡੀਓਜ਼ ਸਾਡੇ ਤੱਕ ਪਹੁੰਚੀਆਂ ਨੇ, ਲੋਕ ਲਾਈਨਾਂ ਦੇ ਵਿੱਚ ਲੱਗ ਕੇ ਕਹਿੰਦੇ ਠੀਕ ਹੋ ਰਹੇ ਨੇ। ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਇਹਨਾਂ ਕੋਲੇ ਅਜਿਹਾ ਹੈ ਕੀ ਹੈ, ਤੁਸੀਂ ਕੀ ਕਰਦੇ ਹੋ, ਕੀ ਕੋਈ ਜਾਦੂ ਮੰਤਰ ਮਾਰਦੇ ਹੋ, ਕੀ ਕਰਦੇ ਹੋ ਤੁਸੀਂ? ਦੇਖੋ ਜੀ, ਕੋਈ ਜਾਦੂ ਨਹੀਂ, ਕੋਈ ਮੰਤਰ ਨਹੀਂ ਹੈਗਾ। ਇਹ ਮੈਡੀਸਨ ਹੈਗੀ ਆ, ਆਯੁਰਵੈਦਾ ਦੀ ਮੈਡੀਸਨ ਹੈਗੀ ਆ, ਜੋ ਕਿ ਆਪਾਂ ਨਾਭੀ ਵਿੱਚ ਪਾਉਂਦੇ ਆ। ਨੇਵਲ ਅੰਮ੍ਰਿਤ ਜਿਹੜਾ ਨਾਭੀ ਵਿੱਚ ਪਾਉਂਦੇ ਆ। ਤੁਹਾਡਾ ਕਹਿਣਾ ਵੀ ਧੁੰਨੀ ਦੇ ਵਿੱਚ ਦਵਾਈ ਪਾਣੀ ਹੈ, ਖਾਣੀ ਨਹੀਂ ਹੈ? ਨਹੀਂ, ਬਿਲਕੁਲ ਨਹੀਂ ਖਾਣੀ ਜੀ। ਆਪਾਂ ਨਾਭੀ ਸਰ, ਇਹ ਵਿੱਚ ਕਿਸ ਤਰ੍ਹਾਂ ਕੰਮ ਕਰੂਗੀ ਤਾਂ ਕੋਈ ਗੱਲ ਨਹੀਂ ਬਣੀ ਇਸ ਤਰ੍ਹਾਂ ਤਾਂ। ਸਰ ਦੇਖੋ, ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਦੀ ਆਪਾਂ ਗੱਲ ਕਰੀਏ, ਜਦੋਂ ਆਯੁਰਵੈਦਾ ਹੋਂਦ ਵਿੱਚ ਆਇਆ ਸੀਗਾ, ਉਸ ਵੇਲੇ ਇਲਾਜ ਕਦੋਂ ਕਿਹਦੇ ਨਾਲ ਕੀਤੇ ਜਾਂਦੇ ਸੀ? ਅਸੀਂ ਕਦੇ ਸੁਣਿਆ ਨਹੀਂ ਆ ਵੀ ਕਦੇ ਇਸ ਤਰ੍ਹਾਂ ਵੀ ਨਾਭੀ ਦੇ ਵਿੱਚ ਦਵਾਈ ਪਾ ਕੇ ਤੁਸੀਂ ਰਸੋਲੀਆਂ ਠੀਕ ਕਰਦੇ ਹੋ, ਤੁਸੀਂ ਸ਼ੂਗਰ ਠੀਕ ਕਰਦੇ ਹੋ। ਵੀਡੀਓ ਦੇ ਵਿੱਚ ਤਾਂ ਅਸੀਂ ਦੇਖ ਰਹੇ ਹਾਂ ਤੁਹਾਡੇ ਮਰੀਜ਼ ਵੀ ਬਹੁਤ ਆ ਰਹੇ ਨੇ, ਪਰ ਇਹ ਸਮਝ ਤੋਂ ਬਾਹਰ ਹੈ। ਤੁਸੀਂ ਸੰਜੀਵਨੀ ਬੂਟੀ ਦੀ ਗੱਲ ਕੀਤੀ ਹੈ, ਸੰਜੀਵਨੀ ਬੂਟੀ ਕਿੱਥੇ ਪਾਈ ਗਈ ਸੀ? ਇੱਕ ਸੰਜੀਵਨੀ ਬੂਟੀ ਦਾ ਜਿਹੜੀ ਹੈਗੀ ਸੀਗੀ ਉਹ ਤਾਂ ਹਨੂਮਾਨ ਜੀ ਲੈ ਕੇ ਆਏ ਸੀ ਲਕਸ਼ਮਣ ਦੇ ਲਈ। ਜੀ ਬਿਲਕੁਲ ਜੀ, ਹਨੂਮਾਨ ਜੀ ਲੈ ਕੇ ਆਏ ਸੀ। ਉਹ ਸੰਜੀਵਨੀ ਬੂਟੀ ਪਾਈ ਕਿੱਥੇ ਸੀਗੀ? ਲక్ష్మణ ਜੀ ਦੇ ਪਾਈ ਕਿੱਥੇ ਸੀ? ਨਾਭੀ ਵਿੱਚ ਹੀ ਪਾਈ ਸੀਗੀ ਉਹ ਬੂਟੀ। ਜੀ ਬਿਲਕੁਲ ਬਿਲਕੁਲ, ਇਹ ਜੇ ਤੁਹਾਨੂੰ ਯਾਦ ਹੋਊਗਾ, ਬਿਲਕੁਲ ਯਾਦ ਹੈ। ਕਿਉਂਕਿ ਆਯੁਰਵੈਦਾ ਨੂੰ ਇਸ ਗੱਲ ਦਾ ਪਤਾ ਆ ਕਿ ਨਾਭੀ ਜਿਹੜੀ ਹੈ ਉਹ ਸਾਡੇ ਸਰੀਰ ਦਾ ਸੈਂਟਰ ਪੁਆਇੰਟ ਹੈਗਾ। ਜਦੋਂ ਇਨਸਾਨ ਮਾਂ ਦੇ ਪੇਟ ਵਿੱਚ ਹੁੰਦਾ, ਬੱਚਾ ਮਾਂ ਦੇ ਪੇਟ ਵਿੱਚ ਆਉਂਦਾ, ਸਭ ਤੋਂ ਪਹਿਲਾਂ ਕੀ ਬਣਦੀ? ਨਾਭੀ ਬਣਦੀ ਆ। ਅੱਛਾ ਜੀ। ਜਦੋਂ ਵੀ ਦੇਖੋ, 3 ਪੱਧਤੀਆਂ ਦੇ ਵਿੱਚ ਸਰੀਰ ਬਣਦਾ ਹੈਗਾ ਆ। ਪਹਿਲਾ 3 ਮਹੀਨੇ ਦੀ ਜਿਹੜੀ ਰੇਸ਼ੋ ਹੁੰਦੀ, ਉਹ 'ਚ ਟਿਸ਼ੂ ਬਣਦਾ, ਬੰਦਾ ਟਿਸ਼ੂ ਦੇ ਰੂਪ 'ਚ ਹੁੰਦਾ ਪਹਿਲੇ 3 ਮਹੀਨੇ। ਅਗਲੇ 3 ਮਹੀਨੇ ਉਹ ਸੈੱਲ ਦੇ ਰੂਪ 'ਚ ਰਹਿੰਦਾ। ਉਸ ਤੋਂ ਅਗਲੇ 3 ਮਹੀਨੇ ਜਿਹੜੇ ਉਹ ਆਰਗਨ ਦੇ ਰੂਪ 'ਚ ਕਨਵਰਟ ਹੋ ਜਾਂਦਾ। ਸੋ ਜਿਹੜਾ ਸੈੱਲ ਆ ਸਾਡਾ ਬਾਡੀ ਦਾ, ਉਹੀ ਸਭ ਤੋਂ ਪਹਿਲਾਂ ਸਾਡਾ ਵੇਸ ਬਣਾਉਂਦਾ ਔਰ ਸਾਡੀ ਨਾਭੀ ਬਣਦੀ ਆ। ਔਰ ਨਾਭੀ ਜਿਹੜੀ ਆ, ਜਦੋਂ ਨਾਭੀ ਬਣ ਜਾਂਦੀ, ਨਾਭੀ ਤੋਂ 72,000 ਨਾੜਾਂ ਸਾਡੇ ਵੱਖਰੇ ਵੱਖਰੇ ਆਰਗਨਾਂ ਨੂੰ ਜਾਂਦੀਆਂ। ਜਦੋਂ ਵੱਖਰੇ ਵੱਖਰੇ ਆਰਗਨਾਂ ਨੂੰ ਜਾਂਦੀਆਂ ਆ, ਉਹਨਾਂ ਦੇ ਵਿੱਚ ਸੈੱਲ ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ, ਉੱਪਰ ਤੋਂ ਥੱਲੇ, ਥੱਲੇ ਤੋਂ ਨੀਚੇ ਨੂੰ ਜਾ ਰਹੇ ਆ। ਹਜ਼ਾਰਾਂ ਸੈੱਲ ਸੈਕਿੰਡਾਂ ਦੇ ਹਿਸਾਬ ਨਾਲ ਬਣਦੇ ਆ ਤੇ ਸੈਕਿੰਡਾਂ ਦੇ ਹਿਸਾਬ ਨਾਲ ਮਰ ਜਾਂਦੇ ਆ। ਸੋ ਉਹ ਚੀਜ਼, ਉਹ ਪੱਧਤੀ ਜਿਹੜੀ ਹੈਗੀ ਆ, ਜਿਹੜੀ ਅਸੀਂ ਜਿਹਨੂੰ ਭੁੱਲ ਚੁੱਕੇ ਸੀਗੇ, ਜਿਸ ਪੱਧਤੀ ਨੂੰ ਅਸੀਂ ਭੁੱਲ ਚੁੱਕੇ ਸੀ, ਸਾਡੇ ਪੂਰਵਜਾਂ ਨੇ ਸਾਨੂੰ ਦਿੱਤੀਆਂ ਸੀ, ਉਹ ਪੱਧਤੀ ਹੀ ਅਸੀਂ ਅੱਜ ਲੈ ਕੇ ਆਏ ਹਾਂ ਨਾਭੀ ਵਿੱਚ ਨੇਵਲ ਅੰਮ੍ਰਿਤ ਪਾਉਣ ਦੀ। ਅੱਛਾ, ਇਹ ਨੇਵਲ ਅੰਮ੍ਰਿਤ ਜਿਹੜਾ ਤੁਸੀਂ ਨਾਭੀ ਦੇ ਵਿੱਚ ਪਾ ਦੇਣੇ, ਜਿਸ ਤਰ੍ਹਾਂ ਅਸੀਂ ਇਹ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਹੁਣ, ਤੇ ਇਸ ਤੋਂ ਬਾਅਦ ਇਹ ਇੱਕ ਅੰਦਰ ਚਲੀ ਜਾਂਦੀ ਹੈ ਸਰੀਰ ਦੇ ਵਿੱਚ, ਤੁਹਾਡੇ ਕਹਿੰਦਾ? ਬਿਲਕੁਲ ਜੀ। ਦੇਖੋ, ਨਾਭੀ ਤੁਸੀਂ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਆਉਂਦਾ, ਖੁਰਾਕ ਕਿੱਥੋਂ ਲੈਂਦਾ? ਇਹ ਗੱਲ ਤਾਂ ਤੁਹਾਡੀ ਨਾਭੀ ਰਾਹੀਂ ਲੈਂਦਾ। ਸਾਹ ਕਿੱਥੋਂ ਲੈ ਰਿਹਾ? ਬਿਲਕੁਲ ਨਾਭੀ ਰਾਹੀਂ ਲੈ ਲਿਆ। ਉਹ ਬੱਚਾ ਡਿਵੈਲਪ ਹੋ ਗਿਆ ਪੂਰਾ, ਉਹ ਕਿਹਦੇ ਰਾਹੀਂ ਹੋਇਆ? ਨਾਭੀ ਦੇ ਰਾਹੀਂ। ਨੈਚੁਰਲੀ ਕਨੈਕਸ਼ਨ ਕਿੱਥੋਂ ਕੱਟਿਆ ਸੀ? ਆਪਾਂ ਬਾਹਰੋਂ ਕੱਟਿਆ ਸੀ, ਨਾ ਕਿ ਅੰਦਰੋਂ। ਨਾਭੀ ਤਾਂ ਉਹੀ ਸਿਸਟਮ ਆਰਗਨ ਨਾਲ ਜੁੜੀ ਹੋਈ ਆ। ਮੈਡੀਸਨ ਉੱਥੇ ਤੱਕ ਪਹੁੰਚਦੀ ਆ, ਜੋ ਸਾਡੇ ਸੈੱਲ ਆ ਉਹਨਾਂ ਨੂੰ ਰੀਐਕਟੀਵੇਟ ਕਰ ਦਿੰਦੀ ਆ, ਮਤਲਬ ਰੀਜਨਰੇਟ ਕਰ ਦਿੰਦੀ ਆ। ਜਿਹੜਾ ਸੈੱਲ ਰੀਜਨਰੇਟ ਹੋ ਗਿਆ, ਉਹ ਆਰਗਨ ਸਹੀ ਹੋ ਗਿਆ, ਉਹ ਪ੍ਰੋਬਲਮ ਸਹੀ ਹੋ ਗਈ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਸਰ ਬਿਲਕੁਲ ਜੀ, ਹਰਦੀਪ ਸਰ ਨੇ ਤੁਹਾਨੂੰ ਬਹੁਤ ਪੁਰਾਤਨ ਜਿਹੜੀ ਵਿਧੀ ਸਾਡੀ ਚੱਲਦੀ ਆ, ਉਹਦੇ ਵਿੱਚ ਦੱਸਿਆ ਕਿ ਸਾਡੇ ਜਿਹੜੇ ਪੂਰਵਜ ਹੁੰਦੇ ਸੀਗੇ ਕਿਸ ਤਰੀਕੇ ਦੇ ਨਾਲ ਇਲਾਜ ਕਰਦੇ ਸੀ, ਔਰ ਐਗਜ਼ਾਮਪਲ ਵੀ ਦਿੱਤੀ ਆ, ਔਰ ਸਾਡੀ ਆਸਥਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਹੈਗੀਆਂ। ਔਰ ਜਿਹੜੀ ਇਹ ਨੇਵਲ ਅੰਮ੍ਰਿਤ ਹੈ, ਬਿਲਕੁਲ ਉਸੇ ਤਰੀਕੇ ਦੇ ਨਾਲ ਕੰਮ ਕਰਦੀ ਹੈ। ਆਪਾਂ ਅਕਸਰ ਆਪਣੇ ਬਜ਼ੁਰਗਾਂ ਨੂੰ ਦੇਖਦੇ ਸੀ, ਨਹਾਉਣ ਤੋਂ ਬਾਅਦ ਸਰੋਂ ਦਾ ਤੇਲ ਜਿਹੜਾ ਹੈ ਉਹ ਅਕਸਰ ਨਾਭੀ ਨੂੰ ਬਜ਼ੁਰਗ ਲਾਉਂਦੇ ਸੀ, ਸਾਡੇ ਦਾਦਾ ਜੀ ਵੀ ਲਾਉਂਦੇ ਸੀ। ਅਸੀਂ ਵੀ ਅਕਸਰ ਉਹਨਾਂ ਨੂੰ ਪੁੱਛਦੇ ਸੀਗੇ ਵੀ ਤੁਸੀਂ ਕਿਉਂ ਲਾਉਂਦੇ ਆ। ਉਹ ਬਹੁਤੀ ਕੋਈ ਮਤਲਬ ਡੀਪਲੀ ਜਾਣਕਾਰੀ ਤਾਂ ਦੇ ਨਹੀਂ ਪਾਉਂਦੇ ਸੀ, ਲੇਕਿਨ ਉਹ ਇਹ ਗੱਲ ਜ਼ਰੂਰ ਕਹਿ ਦਿੰਦੇ ਸੀ ਕਿ ਸਾਨੂੰ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ, ਚੰਗਾ ਹੁੰਦਾ ਹੈ ਲਾਉਣਾ, ਹੈ ਨਾ। ਅਤੇ ਉਹ ਚੰਗਾ ਹੁੰਦਾ ਲਾਉਣਾ ਜਿਹੜਾ, ਉਸੇ ਚੀਜ਼ ਦੇ ਵਿੱਚੋਂ ਇਹ ਜਿਹੜੀ ਨੇਵਲ ਅੰਮ੍ਰਿਤ ਆ ਇਹ ਨਿਕਲੀ ਹੈਗੀ ਆ। ਅਤੇ ਜਦੋਂ ਬੈਠੇ ਹੈਗੇ ਆ ਅਸੀਂ, ਜਦੋਂ ਸਾਡੀ ਟੀਮ ਬੈਠੀ ਹੈਗੀ ਆ, ਡਾਕਟਰਸ ਦੀ ਟੀਮ ਬੈਠੀ ਆ, ਫਿਰ ਇਹ ਦੇਖਿਆ ਗਿਆ, ਆਯੁਰਵੇਦ ਦੀਆਂ ਕਿਤਾਬਾਂ ਖੰਗਾਲੀਆਂ ਗਈਆਂ, ਉਹਦੇ ਵਿੱਚ ਵੱਖ-ਵੱਖ ਤੇਲਾਂ ਦਾ ਜ਼ਿਕਰ ਆਉਂਦਾ। ਉਹ ਤੇਲ ਜਿਹੜੇ ਇਕੱਲੇ ਇਕੱਲੇ ਵੀ ਅਗਰ ਆਪਾਂ ਯੂਜ਼ ਕਰਦੇ ਹੈਗੇ ਆ, ਅਤੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਆ ਉਹਨਾਂ ਤੋਂ ਆਪਾਂ ਨਿਜਾਤ ਪਾ ਸਕਦੇ ਹਾਂ। ਅਤੇ ਫਿਰ ਇਹ ਸੋਚਿਆ ਗਿਆ ਕਿ ਇਕੱਲਾ ਇਕੱਲਾ ਤੇਲ ਦੇਣ ਦੀ ਬਜਾਏ ਜੇ ਇਹਨਾਂ ਦਾ ਇੱਕ ਕੰਬੀਨੇਸ਼ਨ ਪੈਕ ਬਣਾਇਆ ਜਾਵੇ, ਤਾਂ ਕਿ ਨਾ ਤਾਂ ਕਿਸੇ ਨੂੰ ਬਹੁਤੇ ਪੈਸੇ ਖਰਚਣੇ ਪੈਣ, ਕਿਉਂਕਿ ਇਹ ਤਾਂ ਹੈ ਨਹੀਂ ਵੀ ਕਿਸੇ ਬੰਦੇ ਨੂੰ ਅੱਜ ਇੱਕੋ ਹੀ ਬਿਮਾਰੀ ਆ। ਉਹ ਜੋੜਾਂ ਦਾ ਦਰਦ ਵੀ ਲੈ ਕੇ ਬੈਠਾ, ਉਹਨੂੰ ਸ਼ੂਗਰ ਵੀ ਆ, ਠੀਕ ਹੈ, ਉਹਨੂੰ ਲੀਵਰ ਦੀ ਪ੍ਰੋਬਲਮ ਵੀ ਹੋ ਸਕਦੀ। ਮੈਂ ਤੁਹਾਡੀ ਗੱਲ ਨੂੰ ਇੱਕ ਵਾਰ ਕੱਟਦਾ, ਜਿਵੇਂ ਤੁਸੀਂ ਹੁਣ ਗੱਲ ਕਰਤੀ ਵੀ ਅਲੱਗ-ਅਲੱਗ ਤੇਲਾਂ ਦਾ ਇੱਕ ਤੁਸੀਂ ਮਿਕਸਚਰ ਬਣਾਤਾ, ਮਿਕਸ ਕਰਤੇ ਸਾਰੇ, ਕਦੇ ਬੋਡੀ ਦੇ ਅੰਦਰ ਸਾਈਡ ਇਫੈਕਟ ਤਾਂ ਨਹੀਂ ਕਰਨਗੇ? ਨਹੀਂ ਸਰ, ਸਾਨੂੰ ਜਿਹੜੀ ਚੀਜ਼ ਕੁਦਰਤ ਨੇ ਦਿੱਤੀ ਆ ਉਹ ਕਦੇ ਵੀ ਸਾਡੀ ਬੋਡੀ ਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਕਰਦੀ। ਸਾਈਡ ਇਫੈਕਟ, ਬੁਰਾ ਪ੍ਰਭਾਵ ਹਮੇਸ਼ਾ ਉਹਨਾਂ ਚੀਜ਼ਾਂ ਦਾ ਹੀ ਹੁੰਦਾ ਜਿਹੜੀਆਂ ਚੀਜ਼ਾਂ ਮਨੁੱਖ ਨੇ ਤਿਆਰ ਕੀਤੀਆਂ। ਐਟਮ ਬੰਬ ਮਨੁੱਖ ਨੇ ਬਣਾਇਆ, ਕੁਦਰਤ ਨੇ ਨਹੀਂ ਬਣਾਇਆ ਹੈ। ਉਹ ਨੁਕਸਾਨ ਕਰਦਾ ਹੈ ਸਾਡਾ। ਕੁਦਰਤ ਨੇ ਸਾਨੂੰ ਕੀ ਦਿੱਤਾ ਹੈ?
ਕੁਦਰਤ ਨੇ ਸਾਨੂੰ ਜਿਹੜੀ ਸ੍ਰਿਸ਼ਟੀ ਦਿੱਤੀ ਹੈ ਇਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਉਗਦੀਆਂ, ਅਸੀਂ ਜਿੱਥੇ ਬੈਠੇ ਹਾਂ ਇਹਦੇ ਆਲੇ ਦੁਆਲੇ ਜਿਹੜਾ ਘਾਹ ਵੀ ਲੱਗਿਆ ਹੋਇਆ, ਇਹ ਵੀ ਕਿਤੇ ਨਾ ਕਿਤੇ ਸਾਡੇ ਸਰੀਰ ਨੂੰ ਫਾਇਦਾ ਦਿੰਦਾ ਹੋ ਸਕਦਾ, ਲੇਕਿਨ ਕਿਉਂਕਿ ਸਾਨੂੰ ਉਹਦੀ ਜਾਣਕਾਰੀ ਨਹੀਂ ਹੈ, ਇਸ ਕਰਕੇ ਸਾਡੇ ਲਈ ਉਹ ਸਿਰਫ ਮਾਮੂਲੀ ਘਾਹ ਆ। ਅਸੀਂ ਅਸ਼ਵਗੰਧਾ ਦੀ ਗੱਲ ਕਰਦੇ ਹਾਂ, ਤੁਸੀਂ ਮੇਰੇ ਨਾਲ ਉੱਠ ਕੇ ਚੱਲੋ, ਮੈਂ ਤੁਹਾਨੂੰ ਐਸੇ ਸੜਕ ਦੇ ਉੱਤੇ ਅਸ਼ਵਗੰਧਾ ਦੇ ਮੈਂ ਸੈਂਕੜੇ ਬੂਟੇ ਤੁਹਾਨੂੰ ਦਿਖਾ ਸਕਦਾ, ਪਰ ਜਾਣਕਾਰੀ ਨਾ ਹੋਣ ਦੇ ਕਰਕੇ ਅਸੀਂ ਉਹ ਜਾ ਕੇ ਦੁਕਾਨਾਂ ਤੋਂ ਖਰੀਦਦੇ ਹਾਂ, ਮਹਿੰਗੇ ਭਾਅ ਖਰੀਦਦੇ ਹਾਂ, ਜਦ ਕਿ ਕੁਦਰਤ ਨੇ ਸਾਨੂੰ ਉਹ ਚੀਜ਼ ਫ੍ਰੀ ਦਿੱਤੀ ਹੋਈ ਹੈ। ਸੋ ਜਿੰਨੀਆਂ ਵੀ ਚੀਜ਼ਾਂ ਕੁਦਰਤੀ ਰੂਪ 'ਚ ਸਾਨੂੰ ਮਿਲਦੀਆਂ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਸੋ ਇਹ ਜਿਹੜੇ ਤੇਲਾਂ ਦਾ ਮਿਸ਼ਰਣ ਆ, ਪਹਿਲੀ ਗੱਲ ਤਾਂ ਇੱਦਾਂ ਹੈਗੀ ਆ ਵੀ ਇਹ ਨਹੀਂ ਹੈ ਵੀ ਵੱਖ-ਵੱਖ ਪ੍ਰਕਾਰ ਦੇ ਤੇਲ ਖਰੀਦ ਲਏ, ਉਹਨਾਂ ਨੂੰ ਕਿਤੇ ਘੋਲ ਲਿਆ ਔਰ ਡੱਬੀ 'ਚ ਪਾ ਕੇ ਮਤਲਬ ਸ਼ੀਸ਼ੀ 'ਚ ਪਾ ਕੇ ਅਸੀਂ ਵੇਚਣਾ ਸ਼ੁਰੂ ਕਰ ਦਿੱਤਾ, ਇੱਦਾਂ ਬਿਲਕੁਲ ਨਹੀਂ ਹੈ। ਡਾਕਟਰਾਂ ਨੇ ਡਿਸਾਈਡ ਕੀਤਾ ਇਹਦੀ ਇੱਕ ਫਾਰਮੂਲੇਸ਼ਨ ਹੈ ਵੀ ਕਿਹੜੀ ਚੀਜ਼ ਕਿੰਨੀ ਪੈਣੀ ਹੈ। ਤੇ ਜਿਵੇਂ ਸਾਡਾ ਵਾਤ, ਪਿੱਤ ਔਰ ਕਫ ਹੈ, ਇਹ ਮੈਡੀਸਨ ਇਸ ਤਰੀਕੇ ਨਾਲ ਤਿਆਰ ਕੀਤੀ ਗਈ ਆ, ਇਹਦੀ ਫਾਰਮੂਲੇਸ਼ਨ ਇਸ ਤਰੀਕੇ ਨਾਲ ਤਿਆਰ ਕੀਤੀ ਗਈ ਆ ਕਿ ਇਹ ਵਾਤ, ਪਿੱਤ ਔਰ ਕਫ ਨੂੰ ਬੈਲੈਂਸ ਕਰਦੇ ਆ। ਕਿਉਂਕਿ ਜਦੋਂ ਸਾਡੇ ਸਰੀਰ ਦੇ ਵਿੱਚ ਵਾਤ, ਪਿੱਤ ਔਰ ਕਫ ਕੋਈ ਪ੍ਰਵਿਰਤੀ ਵੀ ਵੱਧਦੀ ਹੈ, ਉਹਨੂੰ ਉਹਦੇ ਨਾਲ ਸੰਬੰਧਿਤ ਜਿਹੜੀਆਂ ਬਿਮਾਰੀਆਂ ਉਹ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਮਸਲਨ ਜਿਵੇਂ ਅਗਰ ਕਿਸੇ ਦਾ ਪਿੱਤ ਦੋਸ਼ ਵੱਧਦਾ, ਉਹਨੂੰ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਜਾਂ ਉਹਨੂੰ ਚਮੜੀ ਦਾ ਕੋਈ ਰੋਗ ਹੋ ਸਕਦਾ। ਅਗਰ ਪਿੱਤ ਦੋਸ਼ ਜਿਹੜਾ ਉਹਨੂੰ ਆਪਾਂ ਬੈਲੈਂਸ ਕਰਨਾ ਸ਼ੁਰੂ ਕਰ ਦਈਏ ਤੇ ਪੇਟ ਦੀਆਂ ਬਿਮਾਰੀਆਂ ਵੀ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਔਰ ਚਮੜੀ ਦਾ ਰੋਗ ਵੀ ਖਤਮ ਹੋਣਾ ਸ਼ੁਰੂ ਹੋ ਜਾਂਦਾ। ਔਰ ਜਿਹੜੀ ਇਹ ਨੇਵਲ ਅੰਮ੍ਰਿਤ ਹੈ, ਸਾਡੀ ਮੈਡੀਸਨ ਜਿਹੜੀ ਹੈਗੀ ਆ ਨੇਵਲ ਅੰਮ੍ਰਿਤ, ਇਹ ਬਿਲਕੁਲ ਇਸੇ ਤਰੀਕੇ ਦੇ ਨਾਲ ਕੰਮ ਕਰਦੀ ਹੈ। ਇੱਕ ਤਾਂ ਇਹਨੇ ਵਾਤ, ਪਿੱਤ ਔਰ ਕਫ ਨੂੰ ਬੈਲੈਂਸ ਕਰਨਾ ਹੁੰਦਾ। ਸੋ ਇਹਦੀ ਜਿਹੜੀ ਫਾਰਮੂਲੇਸ਼ਨ ਤਿਆਰ ਕੀਤੀ ਗਈ ਹੈ ਉਹ ਇਸ ਹਿਸਾਬ ਨਾਲ ਤਿਆਰ ਕੀਤੀ ਆ ਕਿ ਇਹਨੂੰ ਵਾਤ ਵਾਲਾ ਵੀ ਯੂਜ਼ ਕਰ ਸਕਦਾ, ਜਿਹਦੀ ਵਾਤ ਪ੍ਰਵਿਰਤੀ ਵਧੀ ਹੋਈ ਹੈ, ਵਾਤ ਦੋਸ਼ ਵਧਿਆ ਹੋਇਆ, ਕਫ ਦੋਸ਼ ਵਾਲਾ ਵੀ ਔਰ ਪਿੱਤ ਦੋਸ਼ ਵਾਲਾ ਵੀ, ਉਹਨਾਂ ਨੂੰ ਇਹਨੇ ਬੈਲੈਂਸ ਕਰਨਾ ਹੁੰਦਾ। ਔਰ ਉਸ ਤੋਂ ਬਾਅਦ ਜਿਹੜੇ ਸਾਡੇ ਸਰੀਰ ਦੇ ਸੈੱਲ ਹੈਗੇ ਆ, ਜਿਵੇਂ ਹਰਦੀਪ ਜੀ ਨੇ ਗੱਲ ਕੀਤੀ ਹੈ ਕਿ ਸਾਡਾ ਸਰੀਰ ਸੈੱਲਾਂ ਦਾ ਬਣਿਆ ਹੋਇਆ ਔਰ ਪਲਕ ਝਪਕਦੇ ਸਾਡੇ ਹਜ਼ਾਰਾਂ ਸੈੱਲ ਜਿਹੜੇ ਹੈਗੇ ਆ, ਲੱਖਾਂ ਸੈੱਲ ਉਹ ਮਰ ਜਾਂਦੇ ਆ ਔਰ ਹਜ਼ਾਰਾਂ ਲੱਖਾਂ ਸੈੱਲ ਨਵੇਂ ਉਤਪੰਨ ਹੋ ਜਾਂਦੇ ਆ। ਇਹੀ ਪ੍ਰੋਸੈਸ ਚੱਲਦਾ ਹੈਗਾ। ਔਰ ਜਦੋਂ ਅਸੀਂ ਬੱਚੇ ਹੁੰਦੇ ਆ, ਸਾਡੇ ਸੈੱਲ ਜਿਹੜੇ ਬਹੁਤ ਸਟਰੋਂਗ ਹੁੰਦੇ ਆ, ਹੌਲੀ ਹੌਲੀ ਜਦੋਂ ਅਸੀਂ ਜਵਾਨ ਹੁੰਦੇ ਆ ਹੋਰ ਸਟਰੋਂਗ ਹੋ ਜਾਂਦੇ ਆ। ਜਿਵੇਂ ਜਿਵੇਂ ਅਸੀਂ ਬੁਢਾਪੇ ਵਾਲੇ ਪਾਸੇ ਨੂੰ ਜਾਂਦੇ ਆ, ਜਿਹੜੇ ਸਾਡੇ ਸੈੱਲ ਆ ਉਹ ਵੀਕ ਹੁੰਦੇ ਜਾਂਦੇ ਆ, ਕਮਜ਼ੋਰ ਹੁੰਦੇ ਜਾਂਦੇ ਆ, ਉਹਨਾਂ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਜਿਹੜੀ ਉਹ ਘਟਦੀ ਜਾਂਦੀ ਆ। ਸੋ ਅਸੀਂ ਬਿਮਾਰ ਹੋ ਜਾਂਦੇ ਆ, ਫਿਰ ਅਸੀਂ ਬਿਮਾਰੀਆਂ ਦੇ ਨਾਲ ਲੜ ਨਹੀਂ ਪਾਉਂਦੇ, ਸੋ ਹੌਲੀ ਹੌਲੀ ਅਸੀਂ ਖਤਮ ਹੋ ਜਾਂਦੇ ਹਾਂ। ਲੇਕਿਨ ਇਹ ਜਿਹੜੀ ਨੇਵਲ ਅੰਮ੍ਰਿਤ ਹੈ, ਇਹਨੇ ਸਾਡੇ ਸਰੀਰ ਦੇ ਸੈੱਲਾਂ ਨੂੰ ਪੋਸ਼ਣ ਦੇਣਾ ਹੁੰਦਾ। ਇਹਨੇ ਉਹਨਾਂ ਸੈੱਲਾਂ ਨੂੰ ਜਿਹੜੇ ਵੀਕ ਹੋ ਗਏ ਆ, ਕਮਜ਼ੋਰ ਹੋ ਗਏ, ਉਹਨਾਂ ਨੂੰ ਰੀਜਨਰੇਟ ਕਰਨਾ ਹੁੰਦਾ, ਰੀਐਕਟਿਵ ਕਰਨਾ ਹੁੰਦਾ। ਜਦੋਂ ਸੈੱਲਾਂ ਨੂੰ ਪੋਸ਼ਣ ਮਿਲ ਗਿਆ ਤੇ ਉਹ ਜਿਹੜੇ ਸੈੱਲ ਹੈਗੇ ਆ ਉਹ ਕੁਦਰਤੀ ਰੂਪ ਵਿੱਚ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ, ਠੀਕ। ਔਰ ਜਦੋਂ ਸੈੱਲ ਕੰਮ ਕਰਨ ਲੱਗ ਪਏ ਤਾਂ ਸਾਡੀ ਬਿਮਾਰੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਉਸ ਤੋਂ ਬਾਅਦ ਤੀਜੀ ਪੱਧਤੀ ਕੀ ਹੈ ਇਹਦੇ ਕੰਮ ਕਰਨੇ ਦੀ, ਇਹ ਸਾਡੇ ਸਰੀਰ ਦੀਆਂ ਨਸਾਂ ਦੇ ਵਿੱਚੋਂ ਬਲੌਕੇਜ ਦੂਰ ਕਰਦੇ ਆ ਜੀ। ਬਲੌਕੇਜ ਚਾਹੇ ਉਹ ਬਲੱਡ ਦੇ ਕਲੌਟਸ ਹੋਣ, ਡੈਡ ਜਾਂ ਡੈਮੇਜ ਸੈੱਲ ਜਿਹੜੇ ਨਸਾਂ ਦੇ ਵਿੱਚ ਪਏ ਆ ਬਾਹਰ ਨਹੀਂ ਨਿਕਲ ਪਾਏ, ਉਹ ਕਿਤੇ ਨਾ ਕਿਤੇ ਲੱਗੇ ਰਹਿ ਗਏ, ਜਾਂ ਫਿਰ ਥਿੰਦਾਪਨ, ਚਿਕਨਾਈ ਜਿਹਨੂੰ ਆਪਾਂ ਕੋਲੈਸਟਰੋਲ ਕਹਿੰਦੇ ਹੈਗੇ, ਇਹ ਤਿੰਨੋਂ ਪ੍ਰਕਾਰ ਦੀ ਜਿਹੜੀ ਬਲੌਕੇਜ ਆ ਨਸਾਂ ਦੇ ਵਿੱਚੋਂ ਬਾਹਰ ਕੱਢਣੀ ਹੁੰਦੀ ਆ ਮੈਡੀਸਨ ਨੇ। ਜਦੋਂ ਬਲੌਕੇਜ ਖੁੱਲ ਗਈ, ਬਲੱਡ ਸਰਕੂਲੇਸ਼ਨ ਪ੍ਰੋਪਰ ਹੋ ਗਈ, ਆਕਸੀਜਨ ਪ੍ਰਾਪਤ ਮਾਤਰਾ 'ਚ ਸਰੀਰ ਦੇ ਆਰਗਨਾਂ ਤੱਕ ਪਹੁੰਚਣੀ ਸ਼ੁਰੂ ਹੋ ਗਈ ਤਾਂ ਉੱਥੋਂ ਬਿਮਾਰੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਡੇ ਸਰੀਰ 'ਚ ਅਗਰ ਖੂਨ ਦਾ ਦੌਰਾ ਸਹੀ ਆ ਔਰ ਆਕਸੀਜਨ ਪ੍ਰਾਪਤ ਮਾਤਰਾ 'ਚ ਪਹੁੰਚ ਰਹੀ ਹੈ ਤਾਂ ਅਸੀਂ ਬਿਮਾਰ ਨਹੀਂ ਹੈਗੇ। ਸੋ ਇਹ ਮੈਡੀਸਨ ਜਿਹੜੀ ਹੈ ਇਹਦੀ ਫਾਰਮੂਲੇਸ਼ਨ ਇਸ ਤਰੀਕੇ ਦੇ ਨਾਲ ਤਿਆਰ ਹੈ ਕਿ ਵਾਤ, ਪਿੱਤ, ਕਫ ਨੂੰ ਬੈਲੈਂਸ ਕਰਦੀ ਹੈ, ਕਮਜ਼ੋਰ ਸੈੱਲਾਂ ਨੂੰ ਪੋਸ਼ਣ ਦਿੰਦੀ ਹੈ ਔਰ ਨਸਾਂ ਦੀ ਬਲੌਕੇਜ ਖੋਲ੍ਹਦੀ ਹੈ। ਸੋ ਇਸ ਤਰੀਕੇ ਦੇ ਨਾਲ ਇਹਦੀ ਫਾਰਮੂਲੇਸ਼ਨ ਜਦੋਂ ਤਿਆਰ ਹੋਈ ਆ, ਇਸ ਤੋਂ ਪਹਿਲਾਂ ਕਿ ਅਸੀਂ ਇਹਨੂੰ ਫੀਲਡ ਦੇ ਵਿੱਚ ਮਾਰਕੀਟ 'ਚ ਲੈ ਕੇ ਆਉਂਦੇ, ਪਹਿਲਾਂ ਅਸੀਂ ਖੁਦ ਇਸਤੇਮਾਲ ਕੀਤੀ, ਆਪਣੇ ਪਰਿਵਾਰਾਂ ਦੇ ਵਿੱਚ ਇਸਤੇਮਾਲ ਕਰਾਈ। ਜਦੋਂ ਇਹਦੇ ਨਾਲ ਸਾਨੂੰ ਰਿਜ਼ਲਟ ਮਿਲੇ, ਉਸ ਤੋਂ ਬਾਅਦ ਅਸੀਂ ਫਿਰ ਸਰਕਾਰ ਦੇ ਕੋਲ ਗਏ, ਕਿਉਂਕਿ ਜਿਹੜੀ ਆਯੁਸ਼ ਡਿਪਾਰਟਮੈਂਟ ਹੈਗਾ ਆ ਸਰਕਾਰ ਦਾ, ਮੰਤਰਾਲਾ ਹੈ ਆਯੁਸ਼, ਉਹਦੇ ਅੰਡਰ ਸਾਰੀਆਂ ਇਹ ਆਯੁਰਵੇਦ ਦੀਆਂ ਮੈਡੀਸਨ ਆਉਂਦੀਆਂ ਹੈਗੀਆਂ, ਆਯੁਰਵੇਦ ਔਰ ਯੂਨਾਨੀ। ਔਰ ਅਗਰ ਤੁਸੀਂ ਯੂਨਾਨੀ ਗ੍ਰੰਥ ਪੜ੍ਹਦੇ ਹੋ ਯੂਨਾਨੀ ਮੈਡੀਸਨ ਦਾ, ਉਹ ਸ਼ੁਰੂ ਹੀ ਨਾਭੀ ਤੋਂ ਕਰਦੇ ਆ। ਯੂਨਾਨੀ ਪੱਧਤੀ ਜਿਹੜੀ ਆਉਂਦੀ ਆ ਉਹ ਸ਼ੁਰੂ ਹੀ ਨਾਭੀ ਤੋਂ ਹੁੰਦੀ, ਉਹਦੇ ਵਿੱਚ ਪਹਿਲਾ ਸ਼ਬਦ ਹੀ ਨਾਭੀ ਆਉਂਦਾ ਹੈਗਾ, ਕਿਉਂਕਿ ਉਹ ਚੀਜ਼ ਇਸ ਚੀਜ਼ ਨੂੰ ਸਮਝਦੇ ਹੈਗੇ ਆ। ਔਰ ਆਯੁਰਵੇਦ ਵੀ ਇਸ ਚੀਜ਼ ਨੂੰ ਸਮਝਦਾ ਹੈਗਾ ਕਿ ਨਾਭੀ ਸਾਡੇ ਸਰੀਰ ਦਾ ਮੁੱਖ ਅੰਗ ਆ, ਕੇਂਦਰ ਬਿੰਦੂ ਆ। ਜਿਵੇਂ ਹਰਦੀਪ ਜੀ ਨੇ ਕਿਹਾ ਕਿ ਕਨੈਕਸ਼ਨ ਬਾਹਰੋਂ ਕੱਟ ਦਿੰਦੇ ਆਪਾਂ, ਨਾੜੂਆ ਕੱਟ ਦਿੰਦੇ ਆ, ਅੰਦਰਲਾ ਸਿਸਟਮ ਸਾਰਾ ਨਾਭੀ ਦੇ ਨਾਲ ਜੁੜਿਆ ਹੋਇਆ। 72,000 ਤੋਂ ਜ਼ਿਆਦਾ ਨਸਾਂ ਨਾਭੀ ਨਾਲ ਜੁੜੀਆਂ ਹੋਈਆਂ।
114 ਚੱਕਰ ਸਾਡੇ ਸਰੀਰ ਦੇ ਨਾਭੀ ਨਾਲ ਜੁੜੇ ਹੋਏ ਆ, ਔਰ ਜਦੋਂ ਨਾਭੀ ਦੇ ਵਿੱਚ ਇਹ ਮੈਡੀਸਨ ਜਾਂਦੀ ਹੈਗੀ ਆ, ਇਹ ਬਲੱਡ ਦੇ ਨਾਲ ਟਰੈਵਲ ਕਰਦੀ ਆ, ਜਦੋਂ ਫਿਰ ਨਸਾਂ ਦੀ ਬਲੌਕੇਜ ਖੋਲ੍ਹਦੀ ਆ, ਆਕਸੀਜਨ ਪੂਰੀ ਹੋ ਜਾਂਦੀ ਹੈ ਤੇ ਬਿਮਾਰੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਕਹਿ ਰਹੇ ਸੀ ਵੀ ਸ਼ੂਗਰ ਦੇ ਬੜੇ ਮਰੀਜ਼ ਠੀਕ ਹੋਏ ਆ। ਮੈਂ ਵੀ ਸੁਣ ਰਿਹਾ ਸੀ ਕੁਝ ਜਿਹੜੇ ਪੇਸ਼ੈਂਟ ਕਹਿ ਰਹੇ ਸੀ ਵੀ ਸਾਡੇ ਫਲਾਣੀ ਜਗ੍ਹਾ ਤੇ ਸ਼ੂਗਰ ਦਾ ਪੇਸ਼ੈਂਟ ਸੀ, ਉਹ ਠੀਕ ਹੋ ਗਿਆ। ਤਾਂ ਫਿਰ ਇਸ ਨੇ ਸ਼ੂਗਰ ਨਾਲ ਇਹਦਾ ਕੀ ਕਨੈਕਸ਼ਨ ਹੈ ਜੀ ਇਸ ਦਵਾਈ ਦਾ? ਦੇਖੋ ਸੰਜੀਵ ਭਾਈ ਨੇ ਤੁਹਾਨੂੰ ਦੱਸਿਆ ਕਿ ਜਿਹੜੇ ਸਾਡੀ ਬਾਡੀ ਦੇ ਵਿੱਚ ਸੈੱਲ ਹੈਗੇ ਆ ਉਹੀ ਕੰਮ ਕਰਦੇ। ਇਸੇ ਤਰੀਕੇ ਨਾਲ ਸਾਡੀ ਬਾਡੀ ਦਾ ਇੱਕ ਆਰਗਨ ਹੈਗਾ ਜਿਹਨੂੰ ਅਸੀਂ ਪੈਨਕ੍ਰੀਆਸ ਕਹਿੰਦੇ ਆ। ਪੈਨਕ੍ਰੀਆਸ ਦੇ ਵਿੱਚ ਇੱਕ ਬੀਟਾ ਸੈੱਲ ਨਾਮ ਦਾ ਸੈੱਲ ਪਾਇਆ ਜਾਂਦਾ। ਜਦੋਂ ਉਹ ਆਪਣਾ ਵਰਕ ਛੱਡ ਦਿੰਦਾ, ਇਨਸੂਲਿਨ ਬਣਾਉਣੀ ਛੱਡ ਦਿੰਦਾ ਆ, ਜਦੋਂ ਇਨਸੂਲਿਨ ਬਣਾਉਣੀ ਛੱਡ ਦਿੰਦਾ, ਉਹ ਸਾਡੀ ਸ਼ੂਗਰ ਲੈਵਲ ਵਧਣ ਲੱਗ ਪੈਂਦਾ ਆ। ਸ਼ੂਗਰ ਲੈਵਲ ਵਧਣ ਲੱਗ ਪਿਆ ਤਾਂ ਸਾਨੂੰ ਬਾਹਰੋਂ ਇਨਸੂਲਿਨ ਲੈਣੀ ਪੈਂਦੀ, ਜੇ ਅਸੀਂ ਇੰਜੈਕਸ਼ਨ ਦੇ ਰੂਪ 'ਚ ਵੀ ਲੈ ਰਹੇ ਹਾਂ, ਅਸੀਂ ਟੈਬਲੇਟ ਦੇ ਰੂਪ 'ਚ ਵੀ ਲੈ ਰਹੇ ਹਾਂ। ਸੋ ਇਸ ਮੈਡੀਸਨ ਨੇ ਉਸ ਸੈੱਲ ਨੂੰ ਜਾ ਕੇ ਰੀਜਨਰੇਟ ਕਰਨਾ ਪਤਾ ਨਾ। ਇਸੇ ਤਰੀਕੇ ਨਾਲ ਸਾਡਾ ਪੈਨਕ੍ਰੀਆਸ ਤਾਂ ਬਿਮਾਰ ਹੋ ਗਿਆ ਆ। ਜੇ ਪੈਨਕ੍ਰੀਆਸ ਬਿਮਾਰ ਹੋ ਚੁੱਕਾ ਆ ਤਾਂ ਉਹ ਤੁਸੀਂ ਸੋਚੋ ਕੰਮ ਕਿੱਦਾਂ ਕਰੂਗਾ, ਉਹ ਇਨਸੂਲਿਨ ਕਿੱਦਾਂ ਬਣਾਊਗਾ। ਤੁਹਾਡਾ ਕਹਿੰਦਾ ਮਤਲਬ ਜਿਹੜੀਆਂ ਦਵਾਈਆਂ ਨੇ, ਇੰਜੈਕਸ਼ਨ ਨੇ, ਉਹ ਧੱਕੇ ਨਾਲ ਅੰਦਰ ਸਿਰਫ ਇਨਸੂਲਿਨ ਬਣਾਉਂਦੀਆਂ, ਨਾ ਕਿ ਸੈੱਲ ਨੂੰ ਠੀਕ ਕਰਦੀਆਂ। ਦੇਖੋ ਬਾਹਰੀ ਤੌਰ ਤੇ ਜੇ ਸੈੱਲ ਨੂੰ ਠੀਕ ਕਰ ਦਿੱਤਾ ਜਾਂਦਾ ਤਾਂ ਉਹਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ ਸੀ। ਇਹ ਗੱਲ ਮੰਨਣ ਠੀਕ ਹੈ ਜੀ, ਉਹਨੇ ਕਰਨਾ ਸ਼ੁਰੂ ਕੀਤਾ ਸੀ। ਅਸੀਂ ਕੀ ਰੋਜ਼ ਇਨਸੂਲਿਨ ਲੈਂਦੇ ਆ ਜੀ, ਉਹ ਬਾਹਰ ਸਰੀਰ ਨੂੰ ਜਿੰਨੀ ਲੋੜ ਆ ਉਨੀ ਦੇ ਕੇ ਆਪਾਂ ਡੋਜ਼ ਸੈੱਟ ਕਰ ਲੈਂਦੇ ਆ, ਪਰ ਉਹ ਦੁਬਾਰਾ ਤਾਂ ਨਹੀਂ ਬਣਾ ਰਿਹਾ। ਜਦੋਂ ਸੈੱਲ ਰੀਜਨਰੇਟ ਹੋ ਗਿਆ, ਕਿਸੇ ਵੀ ਚੀਜ਼ ਦਾ ਸੈੱਲ ਰੀਜਨਰੇਟ ਹੋ ਗਿਆ ਤਾਂ ਨੈਚੁਰਲੀ ਇੱਕ ਚੀਜ਼ ਹੈ ਕਿ ਉਸ ਚੀਜ਼ ਨੇ ਆਪਣਾ ਕੰਮ ਕਰਨਾ ਸ਼ੁਰੂ ਕਰਤਾ। ਹੁਣ ਜੇ ਬੱਚਾ ਬਿਮਾਰ ਆ, ਮੈਂ ਉਦਾਹਰਨ ਤੁਹਾਨੂੰ ਇੱਕ ਚੀਜ਼ ਦਿੰਦਾ, ਬੱਚਾ ਬਿਮਾਰ ਆ, ਆਪਾਂ ਉਹਨੂੰ ਕਹਿੰਦੇ ਡਾਕਟਰ ਕੋਲ ਲੈ ਕੇ ਜਾਂਦੇ ਆ, ਉਹਨੂੰ ਟੈਬਲੇਟ ਦਿੰਦੇ ਆ, ਇੰਜੈਕਸ਼ਨ ਦਿੰਦੇ, ਇਹੀ ਕਰਦੇ ਆ, ਉਹ ਠੀਕ ਹੋਣ ਲੱਗ ਪੈਂਦਾ। ਠੀਕ ਹੈ ਨਾ। ਜਦੋਂ ਉਹੀ ਬੱਚਾ ਐਕਟਿਵ ਆ, ਉਹ ਧੁੱਪ 'ਚ ਵੀ ਖੇਡਦਾ ਆ, ਉਹ ਠੰਡ 'ਚ ਵੀ ਖੇਡਦਾ ਆ, ਉਹ ਸਾਰੀ ਚੀਜ਼ ਕਰਦਾ। ਸੋ ਸੇਮ ਸਾਡੀ ਬਾਡੀ ਦਾ ਸੈੱਲ ਵੀ ਉਸ ਬੱਚੇ ਵਰਗਾ ਆ ਕਿ ਜੇ ਤਾਂ ਅਸੀਂ ਉਹਨੂੰ ਐਕਟਿਵ ਰੱਖਿਆ ਹੋਇਆ ਤਾਂ ਸਾਡੇ ਤੋਂ ਬਿਮਾਰੀਆਂ ਲੱਖਾਂ ਕੋਹਾਂ ਦੂਰ ਹੈ। ਜੇ ਸਾਡਾ ਸੈੱਲ ਵੀਕ ਹੈ ਤਾਂ ਅਸੀਂ ਨੈਚੁਰਲੀ ਵੀਕ ਹੈ। ਜਿੱਦਾਂ ਭਾਜੀ ਨੇ ਦੱਸਿਆ ਕਿ ਜਦੋਂ ਜਿਸ ਵੀ ਇਨਸਾਨ ਦਾ ਜੇਕਰ ਸੈੱਲ ਬਿਮਾਰ ਹੈ ਤਾਂ ਉਹ ਬਿਮਾਰ ਆ, ਜੇਕਰ ਇਨਸਾਨ ਦਾ ਸੈੱਲ ਐਕਟਿਵ ਆ ਤਾਂ ਉਹ ਐਕਟਿਵ ਆ, ਜੇਕਰ ਕਿਸੇ ਵੀ ਇਨਸਾਨ ਦਾ ਸੈੱਲ ਦੀ ਡੈੱਡ ਹੋ ਜਾਂਦਾ ਆ ਤਾਂ ਉਹ ਇਨਸਾਨ ਵੀ ਡੈੱਡ ਹੋ ਜਾਂਦਾ ਹੈ। ਤੇ ਇਸ ਦਾ ਕੰਮ ਇਹੀ ਹੈ ਵੀ ਇਹ ਅੰਦਰ ਜਾ ਕੇ ਜਿਹੜੇ ਡੈੱਡ ਸੈੱਲ ਪਏ ਨੇ ਉਹਨਾਂ ਨੂੰ ਦੁਬਾਰਾ ਤੋਂ ਜਿੰਦਾ ਕਰ ਦਿੰਦਾ, ਕਹਿੰਦਾ ਮਤਲਬ। ਨਹੀਂ, ਜਿਹੜੇ ਡੈੱਡ ਸੈੱਲ ਉਹਨਾਂ ਨੂੰ ਬਾਹਰ ਕੱਢ ਦਿੰਦਾ। ਅੱਛਾ ਜੀ। ਜਿਹੜੇ ਵੀਕ ਸੈੱਲ ਆ ਉਹਨਾਂ ਨੂੰ ਰੀਜਨਰੇਟ ਕਰ ਦਿੰਦਾ, ਉਹਨਾਂ ਨੂੰ ਤਾਕਤ ਦੇ ਦਿੰਦਾ ਆ ਮੁੜ ਕੇ। ਹੁਣ ਆਪਾਂ ਕਿਸੇ ਭਲਵਾਨ ਨੂੰ ਘਲਾਉਣੇ, ਉਹਨੂੰ ਦੁੱਧ ਘੀ ਖਿਲਾਉਂਦੇ ਆ, ਜੀ ਜੀ ਜੀ, ਠੀਕ ਹੈ ਨਾ। ਜਿਹਨੂੰ ਦੁੱਧ ਘੀ ਖਿਲਾਇਆ ਉਹ ਤਕੜਾ ਹੋਇਆ ਹੁੰਦਾ। ਹੁਣ ਜੇ ਮੇਰੇ ਵਰਗੇ ਨੂੰ ਨਹੀਂ ਦਿੱਤਾ ਤਾਂ ਨੈਚੁਰਲੀ ਮੈਂ ਕਮਜ਼ੋਰ ਹੈ। ਸੋ ਉਹੀ ਚੀਜ਼ ਆ, ਜਦੋਂ ਜਿਹਨੂੰ ਜਿਸ ਸੈੱਲ ਨੂੰ ਤਾਕਤ ਮਿਲਦੀ ਆ ਉਹਨੇ ਐਕਟਿਵ ਹੋ ਜਾਣਾ, ਉਹ ਬਿਮਾਰੀ ਤੁਹਾਡੀ ਬਾਡੀ ਚੋਂ ਬਾਹਰ ਹੋ ਜਾਣੀ। ਹੋਰ ਜ਼ਿਆਦਾ ਜਿਹੜੀਆਂ ਬਿਮਾਰੀਆਂ ਤੇ ਕਿਤੇ ਇਫੈਕਟਿਵ ਜ਼ਿਆਦਾ ਕਿਹੜੀਆਂ ਬਿਮਾਰੀਆਂ? ਸਰ ਸਾਡੇ ਕੋਲ ਤਾਂ ਬਹੁਤ ਰਿਜ਼ਲਟ ਹੈਗੇ ਆ, ਪਿੱਤੇ ਦੀ ਪੱਥਰੀ ਆ, ਗਦੂਦਾਂ ਦੇ ਰਿਜ਼ਲਟ ਹੈਗੇ ਆ, ਹਨਾ, ਹੋਰ ਰਸੌਲੀਆਂ ਦੇ ਰਿਜ਼ਲਟ ਹੈਗੇ ਆ, ਹਜ਼ਾਰਾਂ ਰਿਜ਼ਲਟ ਹੈ। ਮੈਂ ਤਾਂ ਗੱਲ ਹੀ ਉੱਥੇ ਕਰ ਦਿੱਤੀ ਆ ਕਿ ਤੁਹਾਡੀ ਬਾਡੀ ਦੇ ਸੈੱਲ ਤੇ ਕੰਮ ਕਰਦਾ, ਔਰ ਬਾਡੀ 'ਚ ਸੈੱਲ ਜਿਹੜੇ ਆਰਗਨ ਆ ਉਹਨਾਂ ਤੱਕ ਜੇਕਰ ਸੈੱਲ ਪ੍ਰੋਪਰ ਮਾਤਰਾ 'ਚ ਜਾ ਰਹੇ ਤਾਂ ਤੁਹਾਡੇ ਆਰਗਨ ਸਹੀ ਆ। ਮਹਿੰਗੀ ਬਹੁਤ ਹੋਣੀ ਹੈ ਇਹ ਗੱਲ। ਜਿਸ ਇੰਨੀਆਂ ਜਿਹੜੀਆਂ ਬਿਮਾਰੀਆਂ ਦਾ ਇਲਾਜ ਇੱਕ ਇਹ ਡੱਬੀ ਕਰ ਦਿੰਦੀ ਹੈ, ਜਿਹੜੀ ਆਪਾਂ ਧੁੰਨੀ ਦੇ ਵਿੱਚ ਪਾਣੀ ਹੈ, ਫਿਰ ਇਹ ਮਹਿੰਗੀ ਵੀ ਬੜੀ ਹੋਣੀ ਹੈ। ਭਾਜੀ ਨੇ ਇੱਕ ਗੱਲ ਕਹੀ ਸੀ, ਕੁਦਰਤ ਤੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ। ਸੰਜੀਵ ਭਾਈ ਨੇ ਤੁਹਾਨੂੰ ਘਾਹ ਦੀ ਵੀ ਗੱਲ ਕਹੀ ਆ, ਤੁਹਾਨੂੰ ਅਸ਼ਵਗੰਧਾ ਜੇਕਰ ਅਸੀਂ ਅੱਜ ਲੈਣ ਜਾਈਏ, ਮਰਦਾਨਾ ਤਾਕਤ ਲਈ ਬਹੁਤ ਚੰਗੀ ਚੀਜ਼ ਹੈਗੀ ਆ। ਜੇਕਰ ਅਸੀਂ ਲੈਣ ਜਾਈਏ ਤਾਂ ਸਾਨੂੰ ਹਜ਼ਾਰਾਂ ਰੁਪਈਆਂ ਦੇ ਹਿਸਾਬ ਨਾਲ ਉਹ ਦਿੰਦੇ ਆ, ਬਟ ਭਾਜੀ ਨੇ ਕਿਹਾ ਸੀ ਫਰੀ ਪਈ ਆ। ਸੋ ਇਹਦਾ ਰੇਟ ਜਿਹੜਾ ਇੰਨਾ ਨਹੀਂ ਰੱਖਿਆ ਕਿਉਂਕਿ ਕੁਦਰਤ ਤੋਂ ਦਿੱਤੀਆਂ ਹੋਈਆਂ ਚੀਜ਼ਾਂ ਸੀ ਸਾਨੂੰ, ਅਸੀਂ ਉਹਨੂੰ ਹੀ ਯੂਜ਼ ਕੀਤਾ ਹੈਗਾ ਆ। ਜਿਹੜੀ ਇੱਕ ਦਿਨ ਦੀ ਇਹਦੀ ਜਿਹੜੀ ਕੀਮਤ ਹੈਗੀ ਆ ਸਿਰਫ 9 ਰੁਪਏ ਦੀ ਕਾਸਟ, ਸਿਰਫ 9 ਰੁਪਏ ਜੀ। ਬਹੁਤ ਵਧੀਆ। ਤਾਂ ਜੇਕਰ ਅਸੀਂ ਇਹ ਜਿਹੜਾ ਸਾਡਾ ਕੋਰਸ ਹੈਗਾ ਆ, ਇਹ 6 ਮਹੀਨੇ ਦਾ ਕੋਰਸ ਆ, 1650 ਰੁਪਏ ਦਾ ਹੈਗਾ ਆ। ਅੱਛਾ, 1650 ਰੁਪਏ ਦੇ ਵਿੱਚ 6 ਮਹੀਨੇ ਦੀ ਇਹ ਦਵਾਈ ਆ ਜਾਣੀ ਹੈ। ਬਿਲਕੁਲ ਜੀ, ਬਹੁਤ ਵਧੀਆ ਗੱਲ ਹੈ। ਅਗਰ ਜੇ ਕੋਈ ਹੋਰ ਦੂਰ ਤੋਂ ਮੰਗਾਉਣਾ ਚਾਹੁੰਦਾ, ਮੰਨ ਲਓ ਉੱਥੇ ਇੰਨੀ ਦੂਰ ਤੁਹਾਡੇ ਕੋਲ ਨਹੀਂ ਆਉਣਾ ਚਾਹੁੰਦਾ, ਤਾਂ ਉਹਦੇ ਲਈ ਕੀ ਇਲਾਜ ਦੇਖੋ ਕੋਰੀਅਰ ਸਰਵਿਸ ਹੈਗੀ ਹੈ ਇੰਡੀਆ 'ਚ ਚੱਲ ਰਹੀ ਬਹੁਤ ਅੱਛੀ। ਜੀ ਜੀ, ਤੁਸੀਂ ਅਦਰ ਕੰਟਰੀ, ਸਾਡੀਆਂ ਹਰ ਕੰਟਰੀ 'ਚ ਸਾਡਾ ਜਾ ਰਿਹਾ, ਪੂਰੀ ਆਲ ਓਵਰ ਵਰਲਡ ਦੇ ਵਿੱਚ ਹੀ ਸਾਡਾ ਇਹ ਜਾ ਰਿਹਾ। ਉਹ ਕੋਰੀਅਰ ਦੀ ਸਰਵਿਸ ਆ। ਸਾਡੀ ਫੀਸ 1650 ਰੁਪਏ, ਫੀਸ ਨਹੀਂ ਮਤਲਬ ਮੈਡੀਸਨ ਦਾ ਰੇਟ ਹੈ 1650 ਰੁਪਏ। ਬਾਕੀ ਕੋਰੀਅਰ ਦਾ ਚਾਰਜ ਜਿਹੜੇ ਅਲੱਗ ਤੋਂ ਹੁੰਦੇ ਆ। ਡਾਕਟਰ ਸਾਹਿਬ ਇੱਥੇ ਕੋਈ ਜੇ ਕੋਈ ਤੁਹਾਡੇ ਕੋਲ ਨਹੀਂ ਆਉਣਾ ਚਾਹੁੰਦਾ, ਮੰਨ ਲਓ ਤੁਹਾਨੂੰ WhatsApp ਤੇ ਰਿਪੋਰਟਸ ਭੇਜਤੀਆਂ, ਤੁਹਾਡਾ ਜਿਹੜਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ, ਔਰ ਉਸ ਤੋਂ ਬਾਅਦ ਤੁਸੀਂ ਉਹਨੂੰ ਦੱਸ ਸਕਦੇ ਹੋ ਵੀ ਤੁਹਾਨੂੰ ਕਿਹੜੇ ਪਰਹੇਜ਼ ਰੱਖਣੇ ਚਾਹੀਦੇ ਆ, ਕਿਸ ਤਰ੍ਹਾਂ ਇਹ ਮੈਡੀਸਨ ਕਿੰਨੇ ਟਾਈਮ ਲਈ ਪਾਣੀ ਹੈ, ਉਹ ਤੁਸੀਂ ਗੱਲਬਾਤ ਉਹਨਾਂ ਨਾਲ ਕਰਦੇ ਹੋ? ਬਿਲਕੁਲ ਸਰ, ਕੋਸ਼ਿਸ਼ ਤਾਂ ਅਸੀਂ ਇਹੀ ਕਰਦੇ ਹੈਗੇ ਆ ਕਿਉਂਕਿ ਇੱਕ ਹੋਰ ਚੀਜ਼ ਹੈਗੀ ਆ ਕਿ ਫੋਨ ਲਾਈਨ ਸਾਡੀਆਂ ਬਿਜ਼ੀ ਬਹੁਤ ਰਹਿੰਦੀਆਂ ਤੇ ਕੁਝ ਸਾਥੀ ਪਰੇਸ਼ਾਨ ਵੀ ਹੁੰਦੇ ਹੋਣਗੇ ਕਿ ਫੋਨ ਨੰਬਰ ਦਿੱਤੇ ਹੁੰਦੇ ਆ ਤੇ ਲੱਗਦੇ ਨਹੀਂ ਹੈਗੇ
ਕਿਉਂਕਿ ਫੋਨ ਕਾਲਸ ਆਉਂਦੀਆਂ ਬਹੁਤ ਆ, ਸਾਡੇ ਕਾਫੀ ਨੰਬਰ ਹੈਗੇ ਆ, ਔਰ ਸਾਡੇ ਜਿਹੜੇ ਮੁੰਡੇ ਫੋਨ ਰਿਸੀਵ ਕਰਦੇ ਆ ਲਗਾਤਾਰ ਬਿਜ਼ੀ ਰਹਿੰਦੇ ਆ, ਫੋਨ ਕਾਲਸ ਬਹੁਤ ਆਉਂਦੀਆਂ ਆ, ਔਰ ਕੁਝ ਨੰਬਰ ਜਿਹੜੇ ਹੈਗੇ ਉਹਨਾਂ ਦੇ ਵਿੱਚ ਉਹਨਾਂ ਤੇ WhatsApp ਚੱਲਦੇ ਆ। ਅਸੀਂ ਕੋਸ਼ਿਸ਼ ਕਰੀਦੀ ਆ ਕਿ ਉਹਨਾਂ ਦੇ WhatsApp ਮੰਗਵਾ ਲਈਏ, ਲੇਕਿਨ ਦਿਨ ਵੇਲੇ ਕਈ ਵਾਰੀ ਇਹ ਸੰਭਵ ਨਹੀਂ ਹੋ ਪਾਉਂਦਾ ਹੈਗਾ, ਕਿਉਂਕਿ ਸਾਰਾ ਦਿਨ ਪੇਸ਼ੈਂਟ ਆਉਂਦੇ ਆ, ਪੇਸ਼ੈਂਟ ਦੇ ਨਾਲ ਬੈਠਣਾ ਹੁੰਦਾ, ਉਦੋਂ ਅਸੀਂ ਫੋਨ ਜਿਹੜੇ ਹੈਗੇ ਆ WhatsApp ਵਾਲੇ ਉਹ ਸਾਈਡ ਤੇ ਪਏ ਹੁੰਦੇ ਆ। ਸ਼ਾਮ ਨੂੰ 7 ਵਜੇ ਤੱਕ ਅਸੀਂ ਪੇਸ਼ੈਂਟ ਦੇ ਨਾਲ ਹੁੰਦੇ ਆ, ਉਸ ਤੋਂ ਬਾਅਦ ਥੋੜਾ ਟਾਈਮ ਜਿਹੜਾ ਹੈਗਾ ਆ ਉਹ ਐਡਜਸਟ ਕਰਨਾ ਪੈਂਦਾ। ਸੋ ਕੋਸ਼ਿਸ਼ ਕਰੀਦੀ ਆ ਕਿ ਜਿਹੜੇ ਲੋਕ ਦੀ ਅਗਰ ਕਿਸੇ ਦੀ ਕੋਈ ਸਵਾਲ ਆਇਆ ਹੈਗਾ ਅਸੀਂ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰੀਏ, ਪਰ ਫਿਰ ਵੀ ਅਸੀਂ ਰਿਕੁਐਸਟ ਇਹੀ ਕਰਦੇ ਹਾਂ ਕਿ ਉਹ ਸਵਾਲ ਹੋਣ, ਸਵਾਲ ਇਦਾਂ ਦੇ ਹੋਣ ਵੀ ਜਿਹੜੇ ਜੈਨੂਅਨ ਹੈਗੇ ਆ, ਵੀ ਸਿੰਪਲ ਅਸੀਂ ਕੋਸ਼ਿਸ਼ ਇਹ ਹੁੰਦੀ ਹੈ ਕਿ ਤੁਸੀਂ ਆਪਣਾ ਇੱਕ ਵੌਇਸ ਮੈਸੇਜ ਛੱਡ ਦਿਓ ਕਿ ਮੈਨੂੰ ਆਹ ਪ੍ਰੋਬਲਮ ਹੈ ਔਰ ਇਸ ਪ੍ਰੋਬਲਮ ਤੋਂ ਮੈਂ ਮੈਡੀਸਿਨ ਵਰਤਣੀ ਚਾਹੁੰਦਾ, ਔਰ ਕੀ ਇਹਦੇ ਪਰਹੇਜ਼ ਹੋ ਸਕਦੇ ਆ ਤਾਂ ਕਿਵੇਂ ਮੈਡੀਸਿਨ ਵਰਤਣੀ ਆ, ਤਾਂ ਸਾਨੂੰ ਆਸਾਨੀ ਰਹਿੰਦੀ ਆ ਕਿ ਅਸੀਂ ਉਹਨੂੰ ਜਵਾਬ ਦੇ ਸਕੀਏ। ਅਸੀਂ ਵੌਇਸ ਮੈਸੇਜ ਰਾਹੀਂ ਜਵਾਬ ਦੇ ਦਿੰਦੇ ਹਾਂ। ਜੇ ਜ਼ਰੂਰਤ ਹੁੰਦੀ ਆ ਤਾਂ ਅਸੀਂ ਉਹਨਾਂ ਦੀ ਰਿਪੋਰਟ ਮੰਗਵਾ ਲਈਦੀ ਆ ਕਿ ਰਿਪੋਰਟ ਸੈਂਡ ਕਰ ਦਿਓ, ਰਿਪੋਰਟ ਦੇਖ ਕੇ ਤੁਹਾਨੂੰ ਅਸੀਂ ਜਵਾਬ ਦੇ ਦਾਂਗੇ। ਹਾਂ, ਜੇ ਇਦਾਂ ਦਾ ਸਵਾਲ ਹੈਗਾ ਕਿ ਮੁਰਗੀ ਪਹਿਲਾਂ ਆਈ ਜਾਂ ਅੰਡਾ ਪਹਿਲਾਂ ਆਇਆ ਤਾਂ ਫਿਰ ਉਹ ਸਾਡੇ ਲਈ ਵੀ ਸੰਭਵ ਨਹੀਂ ਹੋ ਪਾਉਂਦਾ ਹੈਗਾ, ਤੇ ਉਹਨਾਂ ਨੂੰ ਅਸੀਂ ਇਗਨੋਰ ਵੀ ਕਰਦੇ ਹੈਗੇ ਆ। ਤੇ ਸੋ ਰਿਕੁਐਸਟ ਇਹੀ ਆ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ, ਕਿ ਆਪਣਾ ਸਵਾਲ ਅਗਰ ਤੁਸੀਂ ਪੁੱਛਣਾ ਚਾਹੁੰਦੇ ਆ ਤਾਂ ਵੌਇਸ ਮੈਸੇਜ ਰਾਹੀਂ ਤੁਸੀਂ ਪੁੱਛ ਸਕਦੇ ਆ। ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਦੀ ਜਿਹੜਾ ਸਵਾਲ ਦਾ ਜਵਾਬ ਦੇ ਸਕੀਏ। ਬਾਕੀ ਕਾਲ ਸਾਡੀਆਂ ਜਦੋਂ ਵੀ ਕਿਸੇ ਦੀ ਲੱਗ ਜਾਂਦੀ ਆ ਉਹ ਅਟੈਂਡ ਹੁੰਦੀ ਹੈਗੀ ਆ, ਔਰ ਉਹਦਾ ਅੱਛੀ ਤਰ੍ਹਾਂ ਅਸੀਂ ਨਿਪਟਾਰਾ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਸੋ ਨੇਵਲ ਅਮਰਤ ਜਿਹੜੀ ਹੈਗੀ ਆ ਉਹ ਫਿਰ ਆਪਾਂ ਉੱਥੇ ਹੀ ਗੱਲ ਲੈ ਕੇ ਆਉਂਦੇ ਹੈਗੇ ਆ ਕਿ ਇਹ ਸਾਡੀ ਉਹ ਮੈਡੀਸਨ ਹੈ ਜਿਹਨੇ ਸਾਨੂੰ ਹਜ਼ਾਰਾਂ ਪ੍ਰਕਾਰ ਦੇ ਰਿਜ਼ਲਟ ਦਿੱਤੇ ਹੈਗੇ ਆ। ਔਰ ਜਿਵੇਂ ਹਰਦੀਪ ਸਰ ਨੇ ਗੱਲ ਕੀਤੀ ਆ ਕਿ ਅਸੀਂ ਬੱਚੇਦਾਨੀ ਦੀਆਂ ਰਸੌਲੀਆਂ 'ਤੇ ਰਿਜ਼ਲਟ ਲਏ ਹੈਗੇ ਆ, ਸ਼ੂਗਰ ਹੋ ਗਿਆ, ਯੂਰਿਕ ਐਸਿਡ ਹੈ, ਥਾਇਰਾਇਡ ਹੈ, ਚਮੜੀ ਦੇ ਰੋਗ ਦੇ ਉੱਤੇ ਅਸੀਂ ਰਿਜ਼ਲਟ ਲਏ ਹੈਗੇ ਆ, ਸੋਰਾਇਸਿਸ ਹੋ ਗਏ, ਚਾਹੇ ਕੋਈ ਹੋਰ ਐਗਜ਼ਿਮਾ ਹੈ, ਵੈਟ ਹੈ, ਡਰਾਈ ਹੈ, ਜਾਂ ਫਿਰ ਕੋਈ ਸਾਨੂੰ ਲੀਵਰ ਦੀ ਸਮੱਸਿਆ ਹੈਗੀ ਆ, ਕੋਈ ਹਾਰਟ ਦੀ ਬਲੋਕੇਜ ਹੈ, ਜਾਂ ਕੋਈ ਪਿੱਤੇ 'ਚ ਪੱਥਰੀ ਹੈ, ਗੁਰਦੇ 'ਚ ਪੱਥਰੀ ਹੈ, ਜਾਂ ਜੋੜਾਂ ਦਾ ਦਰਦ ਹੈ, ਕਿਸੇ ਨੂੰ ਗਠੀਆ ਹੋ ਗਿਆ, ਸਰਵਾਈਕਲ ਹੋ ਗਿਆ, ਸਲਿਪ ਡਿਸਕ ਹੈ, ਅਸੀਂ ਹਰ ਪ੍ਰਕਾਰ ਦੇ ਰਿਜ਼ਲਟ ਜਿਹੜੇ ਹੈਗੇ ਆ ਇਸ ਮੈਡੀਸਨ ਦੇ ਨਾਲ ਲਏ ਆ। ਔਰ ਮੈਡੀਸਨ ਕੁਦਰਤੀ ਰੂਪ 'ਚ ਕੰਮ ਕਰਦੀ ਹੈਗੀ ਆ। ਫਾਰਮੂਲੇਸ਼ਨ ਅਸੀਂ ਮੈਂ ਵੀ ਜ਼ਰੂਰ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਵੇਂ ਅਸੀਂ ਡਿਪਾਰਟਮੈਂਟ ਦੀ ਗੱਲ ਕੀਤੀ ਆ, ਫਾਰਮੂਲੇਸ਼ਨ ਸਾਡੀ ਬਿਲਕੁਲ ਸਾਡੇ ਨਾਮ ਦੇ ਉੱਤੇ ਰਜਿਸਟਰਡ ਹੈਗੀ ਆ। ਜਦੋਂ ਸਾਨੂੰ ਸਰਕਾਰ ਨੇ ਮਾਨਤਾ ਦਿੱਤੀ, ਇਹਦਾ ਲੈਬੋਰਟਰੀ ਟੈਸਟ ਹੋ ਗਿਆ, ਕਲੀਨਿਕਲੀ ਟੈਸਟ ਹੋ ਗਿਆ, ਸਾਨੂੰ ਸਰਕਾਰ ਵੱਲੋਂ ਹਰੀ ਝੰਡੀ ਮਿਲੀ, ਉਸ ਤੋਂ ਬਾਅਦ ਹੀ ਅਸੀਂ ਪੇਸ਼ੈਂਟਾਂ ਨੂੰ ਜਿਹੜੀ ਹੈਗੀ ਆ ਮੈਡੀਸਨ ਦੇਣੀ ਸ਼ੁਰੂ ਕੀਤੀ ਆ। ਔਰ ਬਕਾਇਦਾ ਅਸੀਂ ਆਪਣੀ ਇਸ ਮੈਡੀਸਨ ਦੇ ਉੱਤੇ ਸਾਡਾ ਜਿਹੜਾ ਹੈਗਾ ਆ ਉਹ ਜਿਹੜੀ ਸਾਡੀ ਫਾਰਮੇਸੀ ਹੈਗੀ ਆ NV ਫਾਰਮਾਸਿਊਟੀਕਲ, ਉਹਦਾ ਲਾਇਸੈਂਸ ਨੰਬਰ ਜਿਹੜਾ ਹੈਗਾ ਅਸੀਂ ਉਹ ਦਿੱਤਾ ਹੋਇਆ। ਔਰ ਮਤਲਬ ਅਸੀਂ ਬਿਲਕੁਲ ਪਾਰਦਰਸ਼ਤਾ ਦੇ ਨਾਲ ਕੰਮ ਕਰਦੇ ਹੈਗੇ ਆ। ਸੋ ਕੋਸ਼ਿਸ਼ ਇਹੀ ਆ ਵੀ ਜਿੰਨਾ ਵੀ ਅਸੀਂ ਕਰ ਸਕਦੇ ਹੈਗੇ ਆ, ਮਨੁੱਖਤਾ ਦੀ ਸੇਵਾ ਅਗਰ ਕਰ ਸਕਦੇ ਹੈਗੇ ਆ ਤਾਂ ਉਹ ਸਾਨੂੰ ਵੀ ਚੰਗਾ ਲੱਗਦਾ ਹੈਗਾ ਵੀ ਕੁਦਰਤ ਨਾਲ ਜੁੜ ਕੇ ਕੁਦਰਤੀ ਰੂਪ ਦੇ ਵਿੱਚ ਬਿਮਾਰੀਆਂ ਨੂੰ ਅਸੀਂ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਵਾਲੇ ਪਾਸੇ ਨੂੰ ਅਸੀਂ ਲੈ ਕੇ ਚੱਲੀਏ ਜੀ। ਤਾਂ ਨਵਲ ਅੰਮ੍ਰਿਤ ਜਿਹੜੀ ਹੈਗੀ ਹੈ ਇਹ ਇੱਕ ਤਰ੍ਹਾਂ ਦੀ ਅੰਮ੍ਰਿਤ ਬਣ ਕੇ ਆਈ ਹੈ ਰੋਗੀਆਂ ਦੇ ਲਈ, ਜੋ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਜੂਝ ਰਹੇ ਨੇ, ਚਾਹੇ ਉਹ ਸ਼ੂਗਰ ਦੀ ਹੋਵੇ, ਚਾਹੇ ਹਾਰਟ ਬਲੋਕੇਜ ਹੋਵੇ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਲੀਵਰ ਦੀ ਹੋਵੇ, ਕਿਸੇ ਵੀ ਤਰ੍ਹਾਂ ਦੀਆਂ ਜੋ ਬਿਮਾਰੀਆਂ ਨੇ ਜਿਨ੍ਹਾਂ ਦੇ ਹਜ਼ਾਰਾਂ ਲੱਖਾਂ ਰਿਜ਼ਲਟ ਇਹ ਲੈ ਚੁੱਕੇ ਨੇ। ਇਸ ਨੂੰ ਅਗਰ ਸੰਜੀਵਨੀ ਵੀ ਕਹਿ ਦਾਂਗੇ ਤਾਂ ਵੀ ਗਲਤ ਨਹੀਂ, ਕਿਉਂਕਿ ਜਿਸ ਤਰ੍ਹਾਂ ਹਰਦੀਪ ਜੀ ਨੇ ਪਹਿਲਾਂ ਦੱਸਿਆ, ਜਿਸ ਤਰ੍ਹਾਂ ਹਨੂਮਾਨ ਜੀ ਨੇ ਸੰਜੀਵਨੀ ਲਿਆਂਦੀ ਸੀ ਤਾਂ ਉਹ ਲਕਸ਼ਮਣ ਜੀ ਦੀ ਧੁੰਨੀ ਦੇ ਵਿੱਚ ਪਾਈ ਗਈ ਸੀ, ਔਰ ਇਹ ਵੀ ਸੇਮ ਉਸੇ ਤਰ੍ਹਾਂ ਹੀ ਵਰਕ ਕਰਦੀ ਹੈ। ਧੁੰਨੀ ਦੇ ਵਿੱਚ ਪਾਉਣ ਤੋਂ ਬਾਅਦ ਰੋਗਾਂ ਨੂੰ ਮੁਕਤ ਕਰਦੀ ਹੈ। ਸੈੱਲ ਜੋ ਅੰਦਰ ਹੁੰਦੇ ਨੇ ਸੈੱਲਾਂ ਦੇ ਉੱਪਰ ਜਾ ਕੇ ਕੰਮ ਕਰਦੀ ਹੈ। ਇੱਕ ਵਿਗਿਆਨਿਕ ਤਰੀਕਾ ਵੀ ਹੈ, ਸਿਰਫ ਆਪਾਂ ਜੇ ਐਵੇਂ ਕਹੀਏ ਵੀ ਧੁੰਨੀ 'ਚ ਪਾ ਕੇ ਠੀਕ ਹੋ ਗਿਆ, ਉਹਦੇ ਨਾਲ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਵੀ ਸਮਝਾ ਗਿਆ ਵੀ ਕੰਮ ਕਿਉਂ ਕਰਦੀ ਹੈ। ਮੈਂ ਇਹੀ ਜਾਣਨਾ ਚਾਹੁੰਦਾ ਸੀ, ਇਹ ਜਾਣਨ ਲਈ ਅੱਜ ਅਸੀਂ ਇਹ ਵੀਡੀਓ ਬਣਾਈ ਹੈ। ਅਗਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਰੋਗ ਦੇ ਵਿੱਚ ਜੂਝ ਰਹੇ ਹੋ ਤਾਂ ਤੁਹਾਨੂੰ ਇੱਕ ਵਾਰੀ ਇਹ ਜ਼ਰੂਰ ਅਜਮਾ ਕੇ ਦੇਖ ਲੈਣੀ ਚਾਹੀਦੀ ਹੈ, ਕਿਉਂਕਿ ਜਿਸ ਤਰ੍ਹਾਂ ਹਜ਼ਾਰਾਂ ਮਰੀਜ਼ ਠੀਕ ਹੋ ਚੁੱਕੇ ਨੇ, ਕੀ ਪਤਾ ਰੱਬ ਤੁਹਾਡੀ ਵੀ ਇਸੇ ਉਡੀਕ ਕਰ ਰਿਹਾ ਹੋਵੇ ਵੀ ਤੁਸੀਂ ਨਵਲ ਅੰਮ੍ਰਿਤ ਨੂੰ ਵਰਤੋਂ ਵਿੱਚ ਲਿਆਓ ਔਰ ਤੁਸੀਂ ਵੀ ਠੀਕ ਹੋ ਜਾਓ।